ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਸ਼੍ਰੀ ਰਾਮ ਕ੍ਰਿਸ਼ਨ ਜੀ। ਈਸਾਈਆਂ ਤੋਂ ਘੱਟ ਗਿਣਤੀ ਵਿੱਚ ਬਹੁਤੇ ਹਿੰਦੂ ਹਨ। ਸਾਡੇ ਹਿੰਦੂ ਸੱਜਣ ਸ਼੍ਰੀ ਰਾਮ ਜੀ ਨੂੰ 14 ਤੇ ਕ੍ਰਿਸ਼ਨ ਜੀ ਨੂੰ 16 ਕਲਾ ਸੰਪੰਨ ਮੰਨਦੇ ਹਨ। ਸੋ ਕ੍ਰਿਸ਼ਨ ਜੀ ਉਹਨਾਂ ਦੇ ਖਿਆਲ ਵਿੱਚ ਵਧੇਕ ਆਦਰਸ਼ਕ ਹਨ। ਕਈ ਖੋਜੀ ਸ਼ੱਕ ਕਰਦੇ ਹਨ ਕਿ ਕ੍ਰਿਸ਼ਨ ਜੀ ਸ਼ਾਇਦ ਸੱਚੀ ਮੁੱਚੀ ਕਦੇ ਹੋਏ ਹੀ ਨਹੀਂ, ਪਰੰਤੂ ਸਾਨੂੰ ਇੱਥੇ ਇਸ ਬਹਿਸ ਨਾਲ ਪ੍ਰਯੋਜਨ ਨਹੀਂ। ਸਾਨੂੰ ਕ੍ਰਿਸ਼ਨ ਜੀ ਦੇ ਆਦਰਸ਼ ਨਾਲ ਪ੍ਰਯੋਜਨ ਹੈ। ਕ੍ਰਿਸ਼ਨ ਜੀ ਦੇ ਨਾਮ ਤੇ ਗੀਤਾ ਨਾਮੇ ਪੁਸਤਕ ਇਖਲਾਕ ਤੇ ਫਿਲਸਫੇ ਦੀ ਇੱਕ ਸਤਿਕਾਰਯੋਗ ਯਾਦਗਾਰ ਮੌਜੂਦ ਹੈ, ਪਰ ਇਸ ਦਾ ਨਿਚੋੜ ਧਰਮ ਹੈ। ਆਪਣੇ ਧਰਮ ਨੂੰ ਅਦਾ ਕਰ, ਚਾਹੇ ਭਰਾ ਚਾਚੇ ਤਾਏ ਉਸਤਾਦ ਮਾਰੇ ਜਾਣ, ਚਾਹੇ ਫਲ ਦੁੱਖ ਹੋਵੇ ਜਾਂ ਸੁੱਖ, ਧਰਮ ਤੋਂ ਨਾ ਖੁਸ। ਇਹੀ ਇਨਸਾਨ ਦਾ ਆਦਰਸ਼ਕ ਜੀਵਨ ਹੈ। ਗੀਤਾ ਵਿੱਚ ਕ੍ਰਿਸ਼ਨ ਜੀ ਨੇ ਯੋਗ, ਭਗਤੀ, ਵੇਦਾਂਤ ਸਾਰੇ ਉਪਦੇਸ਼ ਦਿੱਤੇ ਹਨ। ਸਾਰੇ ਸਿਧਾਂਤ ਇੱਕ ਕਰਕੇ ਦਿਖਾਏ ਹਨ। ਅਣਮਿਲਦੇ ਖਿਆਲ ਮਿਲਾ ਕੇ ਦਰਸਾਏ ਤੇ ਬੜੀ ਯੋਗਤਾ ਦਾ ਕੰਮ ਕੀਤਾ ਹੈ। ਪਰੰਤੂ ਮੁੱਖ ਸਿਧਾਂਤ ਉਸ ਵਿੱਚ ਇਹ ਹੈ ਕਿ ਧਰਮ ਮੁੱਖ ਹੈ। ਕ੍ਰਿਸ਼ਨ ਜੀ ਵਿੱਚ ਰਾਜਸੀ ਗੁਣ ਵੀ ਸਨ, ਭਗਤੀ ਦੇ ਖਿਆਲ ਵੀ ਸਨ। 6 ਹੀ ਸ਼ਾਸਤਰਾਂ ਦੇ ਬ੍ਰਾਹਮਣੀ ਖਿਆਲਾਂ ਦਾ ਨਿਚੋੜ ਵੀ ਉਹਨਾਂ ਪਾਸ ਸੀ, ਪਰ ਉਹਨਾਂ ਦਾ ਸਭ ਤੋਂ ਉੱਚਾ ਗੁਣ ਤੇ ਆਦਰਸ਼ ਧਰਮ ਸਭ ਤੋਂ ਉੱਪਰ ਹੈ। ਰਾਮ ਚੰਦਰ ਜੀ ਦੀ ਸਾਡੇ ਪਾਸ ਗੀਤਾ ਵਾਂਗੂ ਕੋਈ ਰਚਨਾ ਨਹੀਂ ਹੈ, ਪਰ ਪਿਤਾ ਦਾ ਵਾਕ ਸੱਤ ਰਹੇ ਚਾਹੇ ਰਾਜ ਜਾਏ। ਇਸਤਰੀ ਹਰੀ ਗਈ ਹੈ ਚਾਹੇ ਜਾਂਗਲੀ ਰਾਜਿਆਂ ਦੀ ਸਹਾਇਤਾ ਲੈਣੀ ਪਵੇ, ਚਾਹੇ ਬਾਲੀ ਮਾਰ ਕੇ ਸੈਨਾ ਜੋੜਨੀ ਪਵੇ, ਪਰ ਇਸਤਰੀ ਛੁਡਾਉਣੀ ਹੈ, ਇਹ ਪਰਮ ਧਰਮ ਹੈ ਆਦਿਕ। ਸ਼੍ਰੀ ਰਾਮ ਜੀ ਦੇ ਕੰਮ ਧਰਮ ਸਭ ਤੋਂ ਉੱਪਰ ਦੇ ਹੀ ਨਮੂਨੇ ਹਨ। ਰਾਮ ਜੀ ਵਿੱਚ ਭਗਤੀ ਭਾਵ ਹੈ, ਲੋਕਾਂ ਨੂੰ ਖਿੱਚਦੇ ਤੇ ਪਿਆਰ ਵੀ ਪਾਉਂਦੇ ਹਨ, ਪਰ ਮਾਤਾ ਪਿਤਾ ਦੀ ਆਗਿਆ ਪਾਲਣ ਵਿੱਚ ਭਰਾਵਾਂ ਨਾਲ ਆਦਰਸ਼ਕ ਨਿਰਵਾਹ ਕਰਦੇ, ਪ੍ਰਜਾ ਨੂੰ ਠੀਕ ਪਾਲਦੇ। ਉਹ ਸਾਰੇ ਜੀਵਨ ਵਿੱਚ ਧਰਮ ਦਾ ਹੀ ਇੱਕ ਨਮੂਨਾ ਹਨ। ਪਰ ਧਰਮ ਦਾ ਕਮਾਲ ਕ੍ਰਿਸ਼ਨ ਜੀ ਵਿੱਚ ਹੈ। ਹਾਂ, ਮਰਿਆਦਾ ਪੁਰਸ਼ੋਤਮ ਹੋਣ ਵਿੱਚ ਸ਼੍ਰੀ ਰਾਮ ਜੀ ਅਗੇਰੇ ਹਨ। ਅਸੀਂ ਇਹਨਾਂ ਦੋਹਾਂ ਮਹਾਂਪੁਰਖਾਂ ਦਾ ਇਕੱਠਾ ਜ਼ਿਕਰ ਕੀਤਾ ਹੈ ਕਿਉਂਕਿ ਦੋਨੋਂ ਹਿੰਦੂ ਮੰਡਲ ਦੇ ਅਵਤਾਰ ਤੇ ਆਦਰਸ਼ ਹਨ। ਇਸ ਵੇਲੇ ਦਾ ਹਿੰਦੂ ਧਰਮ ਇਹਨਾਂ ਦੋਹਾਂ ਕੇਂਦਰਾਂ ਦੇ ਉਦਾਲੇ ਘੁੰਮ ਰਿਹਾ ਹੈ। ਦੋਹਾਂ ਦਾ ਆਦਰਸ਼ ਧਰਮ ਹੈ। ਧਰਮ ਦਾ ਅਰਥ। ਧਰਮ ਪਦ ਦਾ ਧਾਤੂ ਤ੍ਰੀ ਤੋਂ ਬਣਦਾ ਹੈ। ਅਰਥ ਹੈ ਪਾਸ ਹੋਣਾ, ਰੱਖਣਾ, ਧਾਰਨਾ, ਮੁਕਰਰ ਆਦਿ। ਧਰਮ ਦਾ ਅਰਥ ਹੈ ਕਿਸੇ ਦੀ ਉਹ ਬ੍ਰਿਤੀ ਜਿਸ ਵਿੱਚ ਉਹ ਸਦਾ ਰਹੇ। ਪ੍ਰਕਿਰਤੀ ਸੁਭਾਅ ਜਿਕੂ ਅੱਖ ਦਾ ਧਰਮ ਹੈ ਦੇਖਣਾ। ਧਰਮ ਜੋ ਸਭ ਨੂੰ ਸਹਾਰਾ ਦੇਵੇ। ਸ਼ਾਸਤਰੋਕਤ ਉਹ ਕਰਮ ਜੋ ਪਰਲੋਕ ਨਹੀਂ ਕੀਤੇ ਜਾਣ, ਜੈਸੇ ਯੱਗ, ਬ੍ਰਤ ਆਦਿ। ਕਰਮ ਕਾਂਡ ਦਾ ਵਿਧੀ ਪੂਰਵਕ ਕਰਨਾ, ਇੱਕ ਦੂਸਰੇ ਵੱਲ ਵਰਤਾਓ ਦਾ ਯੋਗ ਤਰੀਕਾ। ਵਰਨਾਸ਼ਰਮ ਲਈ ਕਰਨੇ ਯੋਗ ਕਰਮ, ਜੈਸੇ ਖੱਤਰੀ ਦਾ ਯੁੱਧ ਕਰਨਾ ਧਰਮ ਹੈ। ਪਰ ਬੀਬੀ ਐਨੀ ਬਿਸੈਂਟ ਨੇ ਗੀਤਾ ਦੇ ਅੰਗਰੇਜ਼ੀ ਤਰਜਮਾ ਕਰਨ ਵੇਲੇ ਧਰਮ ਦਾ ਅਰਥ ਡਿਊਟੀ ਕੀਤਾ। ਯੂਰਪੀ ਬੋਲੀਆਂ ਵਿੱਚ ਡਿਊਟੀ ਦਾ ਅਰਥ ਨਿਰਾ ਧਰਮ ਮਾਤਰ ਜਾਂ ਫਰਜ਼ ਮਾਤਰ ਨਹੀਂ, ਸਗੋਂ ਉਹਨਾਂ ਵਿੱਚ ਇਹ ਇੱਕ ਉੱਚਾ ਆਦਰਸ਼ ਬਣ ਚੁੱਕਾ ਹੈ। ਡਿਊਟੀ ਹੀ ਉਹਨਾਂ ਲੋਕਾਂ ਦਾ ਮਾਲੋ ਮਜ਼ਹਬ ਬਣ ਚੁੱਕੀ ਹੈ। ਗੀਤਾ ਦੇ ਲਫ਼ਜ਼ ਧਰਮ ਨੇ ਡਿਊਟੀ ਵਿੱਚ ਤਰਜਮਾ ਖਾ ਕੇ ਪੱਛਮੀਆਂ ਪਰ ਗੀਤਾ ਦੇ ਅਰਥ ਭਾਵ ਦਾ ਐਸਾ ਅਨੁਕੂਲ ਅਸਰ ਪਾਇਆ ਹੈ ਕਿ ਜਿਸ ਨੇ ਗੀਤਾ ਦੀ ਕੀਮਤ ਬਹੁਤ ਵਧਾ ਦਿੱਤੀ। ਹੁਣ ਧਰਮ ਪਦ ਦਾ ਨਵਾਂ ਅਰਥ ਉਹਨਾਂ ਵਿੱਚ ਡਿਊਟੀ ਪਦ ਦੇ ਆਦਰਸ਼ ਨਾਲ ਮਿਲ ਜਾਣ ਕਰਕੇ ਗੀਤਾ ਦਾ ਆਦਰਸ਼ ਹਿੰਦੂਆਂ ਵਿੱਚ ਵੀ ਉਹ ਹੋ ਗਿਆ ਹੈ ਕਿ ਜੋ ਪੱਛੋਂ ਵਿੱਚ ਪਦ ਡਿਊਟੀ ਨਾਲ ਬੱਝ ਪਿਆ ਹੈ। ਇਸ ਕਰਕੇ ਹੁਣ ਉਹਨਾਂ ਹੀ ਅਰਥਾਂ ਵਿੱਚ ਇਸ ਆਦਰਸ਼ ਨੂੰ ਲੈ ਕੇ ਟੁਰਦੇ ਹਾਂ। ਕ੍ਰਿਸ਼ਨ ਜੀ ਦਾ ਧਰਮ ਦਾ ਆਦਰਸ਼ ਗੁਰੂ ਨਾਨਕ ਵਿੱਚ ਆਪਣੇ ਉਸ ਕਮਾਲ ਤੇ ਹੈ, ਘੱਟ ਨਹੀਂ, ਚੁੱਕ ਕੁ ਅਗੇਰੇ ਹੈ। ਪਰੰਤੂ ਗੁਰੂ ਨਾਨਕ ਦੇਵ ਜੀ ਵਿੱਚ ਉਹ ਡਿਊਟੀ ਦੇ ਨਿਰਬਾਹ ਦਾ ਕਮਾਲ, ਨਿਰਬਾਹ ਤੋਂ ਵੱਖਰਾ ਡਿਊਟੀ ਦੀ ਕਿਸਮ ਦੀ ਪਛਾਣ ਕਰਨ ਤੇ ਚੁਣ ਲੈਣ ਵਿੱਚ ਗੀਤਾ ਤੋਂ ਉੱਚਾ ਨਿਕਲ ਗਿਆ ਹੈ। ਸ਼੍ਰੀ ਕ੍ਰਿਸ਼ਨ ਜੀ ਦਾ ਡਿਊਟੀ ਉਪਦੇਸ਼ ਇਖਲਾਕੀ ਉਪਦੇਸ਼ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਡਿਊਟੀ ਦਾ ਉਪਦੇਸ਼ ਇਖਲਾਕੀ ਕਮਾਲ ਤੇ ਰੂਹਾਨੀ ਕਮਾਲ ਦੋਹਾਂ ਵਿੱਚ ਕਮਾਲ ਤੇ ਹੈ। ਵਿਚਾਰ ਕਰੋ, ਸੋਹਣਾ ਸ਼੍ਰੀ ਗੁਰੂ ਨਾਨਕ ਪੁੱਤਰ ਹੈ, ਭਰਾ ਹੈ, ਪਤੀ ਹੈ, ਪਿਤਾ ਹੈ, ਔਰ ਇਹਨਾਂ ਸਭਨਾਂ ਸੰਬੰਧਾਂ ਵਿੱਚ ਆਪਣੇ ਇਖਲਾਕੀ ਫਰਜ਼ ਨੂੰ ਪਛਾਣਦਾ ਹੈ, ਪਰ ਜਾਪਦਾ ਇਉਂ ਹੈ ਕਿ ਇਸ ਫਰਜ਼ ਨੂੰ ਭੁਲਾ ਕੇ ਸਾਧ ਹੋ ਕੇ ਦੁਨੀਆ ਤੋਂ ਭੱਜ ਗਿਆ ਹੈ। ਪਰ ਉਸ ਰੂਹਾਨੀ ਤਲਵਰੀਏ ਦਾ ਕਮਾਲ ਦੇਖੋ ਕਿ ਉਹ ਇਸ ਪੁੱਤਰ, ਭਰਾ, ਪਤੀ, ਪਿਤਾ ਦੇ ਆਪਣੇ ਫਰਜ਼ਾਂ ਦੇ ਘੇਰੇ ਵਿੱਚ, ਮੋਹ ਦੇ ਤਣੇ ਜਾਲ ਵਿੱਚ, ਮਨੁੱਖੀ ਸਰੀਰ ਵਿੱਚ ਵਸਿਆ, ਦੇਸ਼ ਵਿੱਚ ਰੂਹਾਨੀ ਤੇ ਇਖਲਾਕੀ ਗਿਰਾਓ ਦੇ ਅੰਧਕਾਰ ਦੇ ਹੁੰਦਿਆਂ ਆਪਣਾ ਫਰਜ਼ ਪਛਾਣਦਾ ਹੈ। ਇਸ ਪਛਾਣ ਤੇ ਚੋਣ ਵਿੱਚ ਡਿਊਟੀ ਸਭ ਤੋਂ ਉੱਪਰ ਨੂੰ ਰੂਹਾਨੀਅਤ ਵਿੱਚ ਸਿਆਣਦਾ ਤੇ ਵਰਤ ਕੇ ਦੱਸਦਾ ਹੈ। ਇਸ ਚੋਣ ਕਰਨ ਵਿੱਚ ਡਿਊਟੀ ਦੇ ਨੁਕਤੇ ਤੋਂ ਕਮਾਲਾਂ ਦਾ ਸਿਰ ਕਮਾਲ ਦਿਖਾਉਂਦਾ ਹੈ। ਜਿਸ ਵੇਲੇ ਬਾਬਾ ਦੇਖਣ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ,
ਤੇ ਫੌਰਨ ਫੈਸਲਾ ਕਰਦਾ ਹੈ ਕਿ ਮੇਰੀ ਡਿਊਟੀ ਇਸ ਨੂੰ ਬਚਾਉਣਾ ਹੈ ਤੇ ਫੈਸਲਾ ਕਰਦੇ ਹੀ ਕਰਕੇ ਦਿਖਾਉਂਦਾ ਹੈ। ਤੇ ਅਸੀਂ ਕੀ ਦੇਖਦੇ ਹਾਂ ਕਿ ਗੁਰੂ ਨਾਨਕ ਚੜਿਆ ਸੋਧਣ ਧਰਤ ਲੁਕਾਈ, ਸ੍ਰਿਸ਼ਟੀ ਦੀ ਜਲਨ ਦੂਰ ਕਰਨ, ਸ੍ਰਿਸ਼ਟੀ ਦਾ ਅੰਧਕਾਰ ਦੂਰ ਕਰਨ, ਸ੍ਰਿਸ਼ਟੀ ਨੂੰ ਮੁਰਦਾਪਨ ਤੋਂ ਕੱਢਣ, ਸੋਚਾਂ ਵਹਿਮਾਂ ਭਰਮਾਂ ਤੋਂ ਬਾਹਰ ਲਿਆਉਣ, ਕਲੇਜਿਆਂ ਵਿੱਚ ਬੇਅੰਤ ਵਾਹਿਗੁਰੂ ਨਾਲ ਜਿਉਂਦੀ ਤੜਪ ਤੇ ਤਸੱਲੀ ਵਾਲੀ ਲਗਨ ਦੇਣ ਲਈ ਬਾਬਾ ਆਪਣੇ ਲਈ ਸਿਰ ਫਰਜ਼ਾਂ ਦੇ ਫਰਜ਼ ਰੂਹਾਨੀ ਫਰਜ਼ ਨੂੰ ਚੁਣਦਾ ਹੈ ਤੇ ਦੱਸਦਾ ਹੈ ਕਿ ਫਰਜ਼ ਸਭ ਤੋਂ ਮੁੱਖ ਹੈ, ਪਰ ਫਰਜ਼ ਦੀ ਚੋਣ ਉਸ ਤੋਂ ਵੀ ਮੁੱਖ ਹੈ ਤੇ ਰੂਹਾਨੀ ਫਰਜ਼ ਸੰਸਾਰਕ ਤੇ ਇਖਲਾਕੀ ਫਰਜ਼ਾਂ ਤੋਂ ਉੱਚੇ ਹਨ। ਹਾਂ, ਰੂਹਾਨੀਅਤ ਦੇ ਫਰਜ਼ ਇਖਲਾਕੀ ਫਰਜ਼ ਤੋਂ ਵਧੇਰੇ ਕਮਾਲ ਦੇ ਕੰਮ ਹਨ। ਸੋ ਗੁਰੂ ਜੀ ਨੇ ਫਰਜ਼ ਦੀ ਚੋਣ ਤੇ ਫਰਜ਼ ਦੇ ਨਿਰਬਾਹ ਵਿੱਚ ਬੜਾ ਕਮਾਲ ਕੀਤਾ। ਇਤਨੀ ਕੁਰਬਾਨੀ, ਇਤਨੇ ਸਫ਼ਰ ਤੇ ਹਾੜ ਅਤੇ ਉਹਨਾਂ ਵਿੱਚ ਬੇਅੰਤ ਔਖ ਝੱਲੇ ਹਨ, ਪਰ ਸ੍ਰਿਸ਼ਟੀ ਤਾਰਨ ਦਾ ਫਰਜ਼ ਨਿਭਾਇਆ। ਆਪ ਨੇ ਰੂਹਾਨੀਅਤ ਦਾ ਪ੍ਰਚਾਰ ਕੀਤਾ, ਮੁਰਦੇ ਦਿਲਾਂ ਨੂੰ ਜਿਉਂਦਾ ਕੀਤਾ, ਬੇਅੰਤ ਨਾਲ ਜੋੜਿਆ। ਇਸ ਫਰਜ਼ ਨੂੰ ਪੂਰਾ ਕਰਨ ਲਈ ਗੁਰੂ ਜੀ ਉਸ ਵੇਲੇ ਦੇ ਪ੍ਰਸਿੱਧ ਜਗਤ ਵਿੱਚ ਲਗਭਗ ਸਾਰੇ ਫਿਰੇ ਹਨ। ਰੇਲਾਂ ਨਹੀਂ, ਤਾਰਾਂ ਨਹੀਂ, ਸੜਕਾਂ ਪੱਕੀਆਂ ਨਹੀਂ, ਰਾਖੀ ਨਹੀਂ, ਜੰਗਲ ਚੋਰਾਂ ਭਰੇ ਹਨ, ਪੈਦਲ ਤੁਰਨਾ ਹੈ, ਪਰ ਉਹ ਡਿਊਟੀ ਦੀ ਨਾੜ ਪਛਾਣਨ ਤੇ ਸ਼ਿਖਰੇ ਲੈ ਜਾਣ ਵਾਲਾ 5 ਵੇਰ ਆਪਣੇ ਦੈਵੀ ਫਰਜ਼ ਅਦਾ ਕਰਨ ਨਿਕਲ ਟੁਰਦਾ ਹੈ। ਕੁਰਮ, ਅਫਗਾਨਿਸਤਾਨ, ਈਰਾਨ, ਬਗਦਾਦ, ਮੱਕੇ, ਮਿਸਰ ਤੇ ਪਰੇ ਤਾਈਂ ਕਸ਼ਮੀਰ, ਤਿੱਬਤ, ਚੀਨ, ਅਸਾਮ, ਮਣੀਪੁਰ, ਪੂਰਬੀ ਟਾਪੂ ਤੇ ਲੰਕਾ ਤਾਈਂ, ਜਗਨਨਾਥ, ਬਨਾਰਸ, ਗੰਗਾ, ਰਾਮੇਸ਼ਰ, ਵਿੰਧਿਆਚਲ, ਸਿੰਧ, ਬਲੋਚਿਸਤਾਨ ਸਾਰਾ ਹਿੰਦ ਫਿਰਦਾ ਹੈ, ਸੰਗਲਾਦੀਪ ਜਾਂਦਾ ਹੈ ਔਰ ਆਪਣੇ ਸੱਚੇ ਪਿਤਾ ਦੇ ਦਿੱਤੇ ਫਰਜ਼ ਸ੍ਰਿਸ਼ਟੀ ਨੂੰ ਸ੍ਰਿਸ਼ਟੀ ਨਾਲ ਜੋੜਨ ਲਈ ਫਿਰਦਾ ਹੈ ਤੇ ਜੋੜਦਾ ਹੈ। ਇੱਧਰ ਇਖਲਾਕੀ ਕਮਾਲ ਵਿੱਚ ਵੀ ਡਿਊਟੀ ਦੇ ਹਿੱਸੇ ਨੂੰ ਦੇਖੋ ਕਿਕੂ ਨਿਭਾਉਂਦਾ ਹੈ ਔਰ ਵਾਪਸ ਆ ਕੇ ਮਾਤਾ ਪਿਤਾ ਨੂੰ, ਜੋ ਉਸ ਨੂੰ ਪਿੱਤਰ ਭਗਤੀ ਦੇ ਫਰਜ਼ ਤੋਂ ਨਾਟਿਆ ਸਮਝ ਰਹੇ ਸਨ, ਦੈਵੀ ਨਿਯੋਤਾ ਦਿੰਦਾ ਹੈ। ਉਹ ਹੁਣ ਦੇਖਦੇ ਹਨ ਕਿ ਇਹ ਸਾਡਾ ਨਾਨਕ ਤਾਂ ਸਾਡਾ ਪੁੱਤ ਨਹੀਂ ਸੀ, ਇਹ ਤਾਂ ਰੱਬ ਦਾ ਪੁੱਤ ਸੀ ਤੇ ਇਸ ਨੇ ਤਾਂ ਸ੍ਰਿਸ਼ਟੀ ਤਾਰਨੀ ਸੀ। ਅਸੀਂ ਭੁੱਲੇ ਹੀ ਰਹੇ ਜੋ ਇਸ ਨੂੰ ਇਸ ਦੇ ਉੱਚੇ ਧਰਮ ਤੋਂ ਵਰਜ ਬਹਾਉਣ ਦੀ ਕਰਦੇ ਰਹੇ। ਹੁਣ ਜਦ ਇਹ ਸੋਝੀ ਮਿਲ ਗਈ ਤਾਂ ਗੁਰੂ ਉਹਨਾਂ ਦੇ ਅੰਦਰ ਵਾਹਿਗੁਰੂ ਪ੍ਰੇਮ ਦੀ ਕਣੀ ਪਾਉਂਦਾ ਹੈ, ਜੀ ਦਾਨ ਦਿੰਦਾ ਹੈ। ਮਾਤਾ ਪਿਤਾ ਦਾ ਹੁਕਮ ਮੰਨਣਾ ਇੱਕ ਡਿਊਟੀ ਸੀ। ਰਾਮ ਜੀ ਨੇ ਮੰਨਿਆ, ਚਾਹੇ ਉਸ ਵਿੱਚ ਪਿਤਾ ਵਿਯੋਗ ਖਾ ਕੇ ਪਰਲੋਕ ਜਾ ਵਸੇ। ਅਰਜਨ ਨੇ ਡਿਊਟੀ ਦਾ ਆਵਾਜ਼ਾ ਮੰਨਿਆ, ਚਾਹੇ ਉਸ ਯੁੱਧ ਵਿੱਚ ਨੇੜੇ ਤੋਂ ਨੇੜੇ ਦੇ ਆਪਣੇ ਤਲਵਾਰ ਦੀ ਘਾਟ ਉਤਰੇ। ਗੁਰੂ ਨਾਨਕ ਦੇਵ ਜੀ ਨੇ ਪਿਤਾ ਦਾ ਹੁਕਮ ਮੰਨਿਆ, ਕੀਕੂ ਰੱਬ ਰੂਪ ਹੋ ਕੇ ਪਿਤਾ ਅੱਗੇ ਸਿਰ ਨੀਵਾਂ ਖਾ ਕੇ ਖਰੇ ਸੌਦੇ ਵਾਲਾ ਗੁੱਸਾ ਸਹਾਰਿਆ। ਪਰ ਜਦ ਵੇਲਾ ਆਇਆ ਸੱਚੇ ਪਿਤਾ ਦੇ ਹੁਕਮ ਦੀ ਬਜਾਵਰੀ ਦਾ, ਤਦ ਆਪ ਨੇ ਪਿਤਾ ਦੇ ਹੁਕਮ ਮੰਨਣ ਤੋਂ ਉਚੇਰੀ ਡਿਊਟੀ ਨੂੰ ਸਿਆਣਿਆ। ਵਾਹਿਗੁਰੂ ਦੀ ਸ੍ਰਿਸ਼ਟੀ ਨੂੰ ਤਾਰਨ ਦਾ ਹੁਕਮ ਜਦ ਵੇਈ ਵਿੱਚ ਆਇਆ ਤਾਂ ਧਨ ਧਾਮ, ਇਸਤਰੀ ਪੁੱਤਰ, ਮਾਤਾ ਪਿਤਾ ਸਭ ਨੂੰ ਛੱਡ ਕੇ ਇਲਾਹੀ ਕੰਮ ਕਰਨ ਚਲੇ ਗਏ। ਜ਼ਾਹਰਾਂ ਤਾਂ ਜਾਪਦਾ ਹੈ ਕਿ ਪਿਤਾ ਬੰਨੇ ਜੋ ਡਿਊਟੀ ਸੀ ਕਾਂਪ ਖਾ ਗਈ ਹੈ। ਹੁਣ ਸਾਧੂ ਹੋ ਕੇ ਨਿਕਲ ਗਏ ਹਨ, ਮਾਂ ਬਾਪ ਤੋਂ ਤਰਟ ਗਏ ਹਨ। ਜ਼ਾਹਰਾਂ ਤਾਂ ਜਾਪਦਾ ਹੈ ਕਿ ਪਿਤਾ ਬੰਨੇ ਜੋ ਡਿਊਟੀ ਸੀ ਕਾਂਪ ਖਾ ਗਈ ਹੈ। ਹੁਣ ਸਾਧੂ ਹੋ ਕੇ ਨਿਕਲ ਗਏ ਹਨ, ਮਾਂ ਬਾਪ ਤੋਂ ਟੁੱਟ ਗਏ ਹਨ। ਪਰ ਦੇਖੋ, ਜਦ ਪਹਿਲਾ ਦੌਰਾ ਆਪਣੇ ਅਰਸ਼ੀ ਫਰਜ਼ ਦਾ ਕਰਕੇ ਆਉਂਦੇ ਹਨ ਤਾਂ ਮਾਤਾ ਪਿਤਾ ਨੂੰ ਮਿਲਦੇ ਹਨ। ਭਗਵੇ ਪਹਿਨਣ ਦੀ ਲਾਜ ਪਰਦਾ ਕੋਈ ਨਹੀਂ ਬਣਦੀ। ਉਹ ਆਪਣੇ ਪਿਤਰੀ ਫਰਜ਼ ਨੂੰ ਜਾਣਦੇ ਹਨ ਤੇ ਪਛਾਣਦੇ ਹਨ। ਉਹਨਾਂ ਦੀ ਸੱਚੀ ਸੇਵਾ ਕਰਦੇ ਹਨ। ਹਾਂ, ਉਹਨਾਂ ਨੂੰ ਜੀ ਦਾਨ ਦਿੰਦੇ ਹਨ, ਵਾਹਿਗੁਰੂ ਦੇ ਪ੍ਰੇਮ ਵਿੱਚ ਲਿਆਉਂਦੇ ਹਨ। ਉਹ ਦੋਵੇਂ ਹੁਣ ਆਤਮ ਜਾਗਰਤ ਵਿੱਚ ਆ ਕੇ ਪੁੱਤਰ ਨੂੰ ਦੇਵ ਗੁਰੂ ਵੇਖਦੇ ਹਨ ਤੇ ਪੁੱਤਰ ਜਾਣ ਕੇ ਸੇਵਾ ਕਰਾਉਣੋਂ ਸ਼ਰਮਦੇ ਹਨ। ਵਾਹਿਗੁਰੂ ਦੀ ਜੋਤੀ ਨੂੰ ਉਸ ਵਿੱਚ ਤੱਕਦੇ ਹਨ ਤੇ ਪਰਮ ਸੁਖੀ ਹੋ ਜਾਂਦੇ ਹਨ। ਭੈਣ ਨੂੰ ਤਾਂ ਰੱਬ ਵੱਲੋਂ ਪਹਿਲਾਂ ਹੀ ਸੋਝੀ ਹੋ ਗਈ ਸੀ ਕਿ ਵੀਰ ਤਾਂ ਅਰਸ਼ੀ ਨੂਰ ਹੈ। ਭੈਣ ਜਦ ਯਾਦ ਕਰੇ ਕੋਮਲ ਤੇ ਅਰਸ਼ੀ ਭਾਵਾਂ ਤੇ ਰੂਹਾਨੀ ਵਲਵਲਿਆਂ ਦਾ ਸਤਿਕਾਰੀ ਗੁਰੂ ਨਾਨਕ ਝੱਟ ਦਰਸ਼ਨ ਦਿੰਦਾ ਸੀ। ਕੈਸਾ ਇਖਲਾਕੀ ਤੇ ਰੂਹਾਨੀ ਡਿਊਟੀ ਦਾ ਕਮਾਲ ਹੈ। ਹਾਂ ਜੀ, ਜਦੋਂ ਪਰਦੇਸੀ ਟੁਰਨ ਲੱਗੇ ਸਨ ਤਾਂ ਕੀ ਨਕਸ਼ਾ ਸੀ। ਇਸਤਰੀ ਰੋਂਦੀ ਹੈ, ਆਖਦੀ ਹੈ ਬੱਚੇ ਨਿਆਣੇ ਹਨ, ਤੁਸੀਂ ਟੁਰ ਚੱਲੇ ਹੋ, ਮੈਂ ਕਿਸ ਆਸਰੇ ਜੀਵਾਂ, ਤਾਂ ਆਖਦੇ ਹਨ ਮੈਂ ਮਾਲਕ ਦੀ ਨੌਕਰੀ ਕਰਨੀ ਹੈ, ਤੇਰਾ ਉਹ ਰਾਖਾ ਹੈ। ਇਸਤਰੀ ਤੇ ਨਿਆਣੇ ਬੱਚੇ ਛੱਡ ਕੇ ਡਿਊਟੀਆਂ ਸਿਰ ਡਿਊਟੀ ਲਈ ਉੱਠ ਟੁਰੇ। ਪਰ ਜਦ ਅੰਤ ਕਰਤਾਰਪੁਰ ਆ ਬਿਰਾਜੇ, ਇਸਤਰੀ ਨੂੰ ਵੀ ਰੱਬੀ ਨੂਰ ਦਾ ਹਿੱਸਾ ਦਿੱਤਾ, ਪੁੱਤਰਾਂ ਨੂੰ ਵੀ ਵਾਹਿਗੁਰੂ ਵਿੱਚ ਲਾਇਆ, ਜਿਨ੍ਹਾਂ ਦੀ ਉਦਾਸੀ ਸੰਪਰਦਾ ਅੱਜ ਤੱਕ ਚਲਦੀ ਹੈ। ਇਸ ਗੱਲੋਂ ਨਹੀਂ ਸੰਕੋਚ ਕਿ ਹੁਣ ਇਸਤਰੀ ਨੂੰ, ਜੋ ਪੇਕੇ ਘਰ ਅਤ ਦੁਖੀ ਹੈ, ਸ਼ਰਨ ਦਿੱਤਿਆਂ ਭੇਖੀਆਂ ਵੱਲੋਂ ਹਾਸੋਹੀਣੀ ਹੋਵੇਗੀ।
ਉਸ ਨਿਰਭੈ ਸੱਚ ਦੇ ਉਪਾਸਕ ਨੇ ਇਸਤਰੀ ਤੇ ਬੱਚਿਆਂ ਨੂੰ ਸ਼ਰਨ ਦਿੱਤੀ। ਕੋਈ ਸਾਧੂ ਭਗਵੇ ਪਹਿਨ ਕੇ ਇਸਤਰੀ ਪੁੱਤ ਨੂੰ ਪਨਾਹ ਦੇਣ ਦੀ ਖੁੱਲ੍ਹ ਨਹੀਂ ਲਏਗਾ। ਲੋਕ ਰਾਜ ਰੋਕਦੀ ਹੈ, ਪਰ ਸੱਚ ਤੇ ਨੀਂਹ ਧੜਕ ਟੁਰੇ ਰਹਿਣ ਵਾਲੇ ਗੁਰੂ ਬਾਬਾ ਜੀ ਨੇ ਆਪਣੇ ਫਰਜ਼ ਨੂੰ ਪੂਰਾ ਕਰਨ ਵੇਲੇ ਕੋਈ ਭੈ ਨਹੀਂ ਮੰਨਿਆ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ਜੋਗੀਆਂ ਨੇ ਉਲਾਂਭਾ ਵੀ ਦਿੱਤਾ ਕਿ ਜਗਤ ਤਿਆਗ ਕੇ ਸਾਧੂ ਹੋ ਕੇ ਫਿਰ ਕਿਉਂ ਸੰਸਾਰੀ ਰੀਤ ਚਲਾਈ, ਪਰ ਉਸ ਨਿਰੋਲ ਸੱਚ ਦੇ ਮਾਲਕ ਨੇ ਪਰਵਾਹ ਨਹੀਂ ਕੀਤੀ। ਆਪ ਦਾ ਹਰ ਇੱਕ ਨਾਲ ਵਰਤੋਂ ਵਿੱਚ ਡਿਊਟੀ ਦਾ ਇਖਲਾਕੀ ਕਮਾਲ ਵੀ ਕੈਸਾ ਅਨੋਖਾ ਹੈ। ਕ੍ਰਿਸ਼ਨ ਜੀ ਗੀਤਾ ਵਿੱਚ ਮੈਂ ਕਰਕੇ ਬੋਲਦੇ ਹਨ, ਮੇਰੀ ਇੱਕ ਸ਼ਰਨ ਲੈ ਤੇ ਸਾਰੇ ਧਰਮਾਂ ਦਾ ਤਿਆਗ ਕਰ। ਸ੍ਰਿਸ਼ਟੀ ਨੂੰ ਉਭਾਰਨ ਲਈ ਕ੍ਰਿਸ਼ਨ ਜੀ ਅਰਦਾਸ ਨਹੀਂ ਕਰਦੇ, ਆਪਣੀ ਸ਼ਰਨ ਹੀ ਦਾਰੂ ਦੱਸਦੇ ਹਨ। ਬ੍ਰਹਮ ਨੂੰ ਮੰਨਦੇ ਹਨ, ਭਗਤੀ ਵੀ ਦ੍ਰਿੜਾਉਂਦੇ ਹਨ, ਪਰ ਸ੍ਰਿਸ਼ਟੀ ਪ੍ਰੇਮ ਵਿੱਚ ਮੈਂ ਦਾ ਭਾਵ ਨਾਲ ਨਾਲ ਚੱਲਦਾ ਹੈ। ਇਹ ਮੈਂ ਤੇ ਇਸ ਦਾ ਹੁੰਗਾਰਾ ਇਸ ਟਿਕਾਣੇ ਨਿੰਦਣਯੋਗ ਨਹੀਂ, ਪਰ ਕੇਵਲ ਵਿਚਾਰ ਮਾਤਰ ਲਈ ਇਹ ਗੱਲ ਖਿਆਲਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਇਸ ਪਰਤਾਵੇ ਤੋਂ ਵੀ ਅਤੀਤ ਉੱਚੇ ਆਕਾਸ਼ਾਂ ਵਿੱਚ ਗਤੀ ਰੱਖਦੇ ਹਨ। ਵਾਹਿਗੁਰੂ ਨਾਲ ਅੱਠੇ ਪੈਰ ਅਭੇਦ ਹਨ, ਵਿੱਚ ਅੰਤਰਾ ਕੋਈ ਨਹੀਂ, ਤਦਰੂਪ ਹਨ। ਹਾਂ, ਵਾਹਿਗੁਰੂ ਦੀ ਮੈਂ ਤੇ ਉਹਨਾਂ ਦੀ ਮੈਂ ਇੱਕ ਸੁਰ ਹਨ। ਜੇ ਉਹਨਾਂ ਦੀ ਮੈਂ ਬੋਲੇ ਤਾਂ ਅਨੰਤ ਦੀ ਤਾਰ ਬੋਲੇਗੀ ਮੈਂ, ਤੇ ਜੇ ਅਨੰਤ ਦੀ ਤਾਰ ਮੈਂ ਗੂੰਜੇਗੀ ਤਾਂ ਗੁਰੂ ਨਾਨਕ ਦੀ ਮੈਂ ਬੋਲੇਗੀ। ਪਰ ਦੇਖੋ ਹੋਂ ਅਤੀਤਤਾ ਦਾ ਕਮਾਲ, ਮਰਿਆਦਾ ਪੁਰਸ਼ੋਤਮ, ਭਗਤੀ ਦਾ ਸਿਖਰ, ਪ੍ਰੇਮ ਦਾ ਅਦਬ ਕਿ ਉਹਨਾਂ ਦੀ ਤਾਰ ਤੂੰ ਹੀ ਬੋਲਦੀ ਹੈ। ਅਰਥਾਤ ਨਾ ਰਿਜਕ ਦਸਤ ਆਕਸੇ, ਹਮਾਰਾ ਏਕ ਆਸ ਵਸੇ, ਅਸ ਏਕ ਦਿਗਰ ਕੁਈ, ਏਕ ਤੁਈ ਏਕ ਤੁਈ। ਪਰੰਦ ਏ ਨਾ ਗਿਰਾ ਜਰ, ਦਰਖਤ ਆਬ ਆਸ ਕਰ, ਦੇਹੰਦ ਸੂਈ, ਏਕ ਤੁਈ ਏਕ ਤੁਈ। ਮਹੱਲਾ ਪਹਿਲਾ। ਨਾਨਕ ਲੀਲਾਰ ਲਿਖਿਆ ਸੋਏ, ਮੇਟ ਨਾ ਸਾਕੇ ਕੋਏ, ਕਲਾ ਧਰੇ ਹੀਰੇ ਸੂਈ, ਏਕ ਤੁਈ ਏਕ ਤੁਈ। ਹਾਂ, ਉਹਨਾਂ ਦੀ ਤਾਰ ਤੁਈ ਤੁਈ ਪਈ ਬੋਲਦੀ ਹੈ। ਸ੍ਰਿਸ਼ਟੀ ਨੂੰ ਆਪਣੀ ਮੈਂ ਦੀ ਗੋਦੀ ਨਹੀਂ ਪਾਉਂਦੇ। ਮੈਂ ਭੁਲੇਵਾ ਦੇ ਜਾ ਸਕਦੀ ਹੈ, ਸ੍ਰਿਸ਼ਟੀ ਨੂੰ ਤੂੰ ਦੀ ਗੋਦ ਪਾਉਂਦੇ ਹਨ। ਇਸ ਵਿੱਚ ਹੋ ਨਿਰਮੋਲ ਰਹਿੰਦੀ ਹੈ। ਵੇਖੋ, ਜਦੋਂ ਜਗਤ ਦਾ ਦੁੱਖ ਦੇਖਦੇ ਹਨ ਤਾਂ ਨਹੀਂ ਆਖਦੇ ਕਿ ਦਰਵਾਜ਼ਾ ਮੈਂ ਹੂੰ, ਇੱਕ ਮੇਰੀ ਸ਼ਰਨ ਪਕੜੋ, ਸਗੋਂ ਉਸ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਨ, ਕਹੇ ਨਾਨਕ ਜੀਵਾਲੇ ਜੀਆ, ਜੈ ਭਾਵੈ ਤੈ ਰਾਖ ਤੁਹੀ। ਜਗਤ ਦੀ ਪੀੜਾ ਨੂੰ ਹਰਨਾ ਚਾਹੁੰਦੇ ਹਨ, ਪੀੜਾ ਹਰਨ ਲਈ ਸਾਰੀ ਉਮਰ ਜਗਤ ਵਿੱਚ ਫਿਰੇ ਹਨ। ਜੇ ਕਰਤਾਰਪੁਰ ਆ ਟਿਕੇ ਹਨ ਤਾਂ ਪੀੜਾ ਹਰਨ ਦੀ ਹੀ ਚਿਕਿਤਸਾਸ਼ਾਲਾ ਟੋਰੀ ਹੈ। ਪਰ ਸਦਾ ਵਾਹਿਗੁਰੂ ਵਿੱਚ ਅਭੇਦ ਰਹਿਣ ਵਾਲੇ ਦਾਤਾ ਜੀ ਉਸੇ ਅੱਗੇ ਅਰਦਾਸ ਕਰਦੇ ਹਨ, ਕਿਸ ਹੋ ਅਤੀਤਾਂ ਨਾਲ ਅਰਦਾਸ ਕਰਦੇ ਹਨ। ਜੈ ਭਾਵੈ ਤੈ ਰਾਖ ਤੁਹੀ। ਲਿਖਿਆ ਹੈ, ਆਪ ਨਾਰਾਇਣ ਕਲਾ ਧਾਰ, ਜਗ ਮੇ ਪਰਵਰਿਓ, ਤੇ ਗੁਰੂ ਨਾਨਕ ਦੇਵ ਗੋਵਿੰਦ ਰੂਪ। ਗੁਰੂ ਜੀ ਉਸ ਜਯੋਤਿ ਸਰੂਪ ਦੀ ਜੋਤੀ ਤੇ ਉਸ ਵਿੱਚ ਅਭੇਦ ਨਾਲ ਮਿਲੇ ਹੋਏ ਸੀ। ਉਹਨਾਂ ਦੀ ਅਰਦਾਸ ਕਰਨੀ ਤੇ ਮੈਂ ਦਾ ਆਵਾਜ਼ਾਂ ਨਾ ਦੇਣਾ ਇਹ ਨਹੀਂ ਦੱਸਦਾ ਕਿ ਉਹ ਨੀਵੇਂ ਸੀ ਤੇ ਜਾਤ ਇਲਾਹੀ ਵਿੱਚ ਅਭੇਦ ਨਹੀਂ ਸੀ ਤੇ ਉਹ ਇਸ ਤਰ੍ਹਾਂ ਦਾ ਰੂਹਾਨੀ ਦਮ ਮਾਰ ਨਹੀਂ ਸਕਦੇ ਸੀ। ਨਹੀਂ, ਉਹਨਾਂ ਦਾ ਜੀਵਨ ਪੂਰਨ ਹੋ ਅਤੀਤ ਸੀ ਤੇ ਜਦ ਮਨ ਤੇ ਇੰਦਰੀਆਂ ਦੁਆਰਾ ਮੈਂ ਦਾ ਹੁੰਕਾਰਾ ਭਰਿਆ ਜਾਵੇ ਤਾਂ ਹੋ ਮਲਕੜੇ ਹੀ ਨਾਲ ਰਲ ਜਾਂਦੀ ਹੈ। ਇਸ ਕਰਕੇ ਸਤਿਗੁਰੂ ਨੇ ਸਦਾ ਹੋ ਅਤੀਤ ਆਵਾਜ਼ਾਂ ਦਿੱਤਾ ਹੈ ਤੇ ਇਹੋ ਅਸੂਲ ਵਰਤਿਆ ਹੈ, ਤੁਝ ਤੇ ਬਾਹਰ ਕਿਛੂ ਨਾ ਹੋਏ, ਤੂੰ ਕਰ ਕਰ ਦੇਖੈ ਜਾਣੈ ਸੋਏ। ਕਿਆ ਕਹੀਏ ਕਿਛ ਕਹੀ ਨਾ ਜਾਏ, ਜੋ ਕਿਛ ਅਏ ਸਭ ਤੇਰੀ ਰਜਾਏ। ਰਹਾਉ ਜੋ ਕਿਛ ਕਰਨਾ ਸੋ ਤੇਰੇ ਪਾਸ, ਕਿਸ ਆਗੇ ਕੀਚੈ ਅਰਦਾਸ। ਆਖਣ ਸੁਨਣਾ ਤੇਰੀ ਬਾਣੀ, ਤੂੰ ਆਪੇ ਜਾਣੇ ਸਰਬ ਵਿਡਾਣੀ। ਕਰੇ ਕਰਾਏ ਜਾਣੇ ਆਪ, ਨਾਨਕ ਦੇਖੈ ਥਾਪ ਉਥਾਪ। ਗੁਰੂ ਨਾਨਕ ਦੇਵ ਜੀ, ਗੌਰੰਗ, ਰਾਮਾਨੁਜ, ਵੱਲਭ ਆਦਿ। ਗੁਰੂ ਨਾਨਕ ਦੇਵ ਜੀ ਦਾ ਤੇ ਇਹਨਾਂ ਮਹਾਂਪੁਰਖਾਂ ਦਾ ਇਕੱਠਾ ਵਿਚਾਰ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਸੱਜਣ ਆਪ ਤੇ ਇਹਨਾਂ ਦੇ ਉਪਾਸਕ ਇਹਨਾਂ ਨੂੰ ਸ਼੍ਰੀ ਰਾਮ ਕ੍ਰਿਸ਼ਨ ਜੀ ਦੇ ਭਗਤ ਮੰਨਦੇ ਹਨ, ਪਰ ਅਵਤਾਰ ਨਹੀਂ ਮੰਨਦੇ। ਅਸੀਂ ਇਹਨਾਂ ਦਾ ਜ਼ਿਕਰ ਇੱਥੇ ਇਸ ਵਾਸਤੇ ਕਰਦੇ ਹਾਂ ਕਿ ਇੱਕ ਉਪਨਿਸ਼ਦਾਂ ਦੇ ਸਮੇਂ ਤੋਂ ਬਾਅਦ ਤੇ ਬੁੱਧ ਧਰਮ ਦੇ ਗਿਰਾਉਣ ਤੱਕ ਹਿੰਦੂ ਦਾ ਧਰਮ ਸੱਚ ਪੁੱਛੋ ਤਾਂ ਇੱਕ ਨਿਰਾ ਸਦਾਚਾਰੀ ਧਰਮ ਸੀ ਤੇ ਜਿਸ ਦਾ ਕਮਾਲ ਬੁੱਧ ਜੀ ਕਰ ਚੁੱਕੇ ਸੀ। ਮਗਰੋਂ ਹਿੰਦੂ ਧਰਮ ਵਿਸ਼ੇਸ਼ ਕਰਕੇ ਤਾਂਤਰਿਕ ਰੰਗਾਂ ਵਿੱਚ ਖੇਲਦਾ ਰਿਹਾ, ਕਿਤੇ ਸ਼ਾਕਤਕ ਤੇ ਕਿਤੇ ਸ਼ੈਵੀ ਮਤ ਦੇ ਨਾਮ ਹੇਠ, ਕਿਤੇ ਜੋਗੀਆਂ ਦੇ ਪ੍ਰਚਾਰ ਵਿੱਚ ਤੇ ਕਿਤੇ ਹੋਰ ਵੀ। ਮਗਰੋਂ ਫਿਰ ਭਗਤ ਆਏ। ਇਹਨਾਂ ਭਗਤ ਮਹਾਂਪੁਰਖਾਂ ਨੇ ਭਗਤੀ ਦੀ ਰੰਗਣ ਦੇ ਕੇ ਮੌਜੂਦਾ ਹਿੰਦੂ ਧਰਮ ਬਣਾਇਆ ਹੈ। ਇਹਨਾਂ ਭਗਤਾਂ ਨੇ ਤਾਂਤਰਿਕ ਪਾਸਿਓਂ ਹੋੜਿਆ, ਹੱਠ ਯੋਗ ਵੱਲੋਂ ਵੀ ਰੁਖ ਪਲਟਾਇਆ। ਨਿਰੀ ਬੁੱਧੀ ਦੇ ਆਧਾਰ ਤੇ ਟੁਰਨ ਵਾਲੇ ਇੱਕ ਪੱਖੀ ਫਿਲਸਫੇ ਦੇ ਰੁਖ ਨੂੰ ਵਲਵਲੇ ਦੇ ਦੇਸ਼ ਵੱਲ ਝੁਕਾਇਆ, ਪ੍ਰੇਮ ਨੂੰ ਮੈਦਾਨ ਵਿੱਚ ਆਂਦਾ।
ਪਰੰਤੂ ਇਹਨਾਂ ਦਾ ਅਤੇ ਇਹਨਾਂ ਦੇ ਵਧੀਕ ਸੁਤੰਤਰਤਾ ਵੱਲ ਗਏ ਮਗਰੋਂ ਆਏ ਕਬੀਰ, ਨਾਮਦੇਵ, ਰਵੀਦਾਸ, ਪੀਪਾ ਸੈਨ, ਸਦਨਾ ਬੇਣੀ ਆਦਿ ਭਗਤਾਂ ਦਾ ਕੰਮ ਇਸ ਤਰ੍ਹਾਂ ਦਾ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਗੁਰੂ ਨਾਨਕ ਆਗਮ ਲਈ ਰਸਤਾ ਤਿਆਰ ਕੀਤਾ ਹੈ, ਊਚ ਨੀਚਤਾ ਦਾ ਖਿਆਲ ਇਹਨਾਂ ਭਗਤਾਂ ਨੇ ਘਟਾਇਆ। ਜੋ ਵਰਨ ਆਸ਼ਰਮ ਕਿ ਹਿੰਦੂ ਮਤ ਦੀ ਰੀੜ੍ਹ ਦੀ ਹੱਡੀ ਹੈ, ਇਹਨਾਂ ਨੇ ਕਮਜ਼ੋਰ ਕੀਤਾ, ਪਿਆਰ ਫੈਲਾਇਆ। ਭਗਤਾਂ ਨੇ ਹੀ ਦਵੈਤ ਅਤੇ ਫਿਰ ਦਵੈਤ ਅਦਵੈਤ ਦੀ ਫਿਲਾਸਫੀ ਟੋਰੀ। ਸੰਖੇਪ ਮਾਤਰ ਇਹ ਕਹਿ ਦੇਣਾ ਕਾਫੀ ਹੈ ਕਿ ਇਹਨਾਂ ਸੱਜਣਾਂ ਨੇ ਇਖਲਾਕੀ ਦੁਨੀਆ ਵਿੱਚ ਰੂਹਾਨੀਅਤ ਦਾ ਬੀਜ ਪਾਇਆ ਔਰ ਬੁੱਧੀ ਨਾਲ ਵਲਵਲੇ ਨੂੰ ਰਲਾ ਕੇ ਉਚੇਰਾ ਰਾਹ ਖੋਲ੍ਹਿਆ। ਪਰ ਕਮਾਲ ਆ ਕੇ ਗੁਰਜੋਤੀ ਨੇ ਗੁਰੂ ਨਾਨਕ ਰੂਪ ਵਿੱਚ ਕੀਤਾ। ਇਸ ਪਹਿਲੂ ਵਿੱਚ ਗੁਰੂ ਨਾਨਕ ਦੇਵ ਜੀ ਦੀ ਰੂਹਾਨੀਅਤ ਦਾ ਕਮਾਲ ਅਸੀਂ ਕੁਝ ਦੱਸ ਆਏ ਹਾਂ ਔਰ ਕੁਝ ਮੁਹੰਮਦ ਜੀ ਵਿੱਚ ਦਰਸਾਵਾਂਗੇ। ਭਗਤਾਂ ਦੀ ਭਗਤੀ ਦੇ ਵਿੱਚ ਆਦਰਸ਼ ਸ਼੍ਰੀ ਕ੍ਰਿਸ਼ਨ ਜੀ, ਸ਼੍ਰੀ ਰਾਮ ਜੀ ਦੀ ਸਗੁਣ ਮੂਰਤੀ ਸੀ ਔਰ ਉਪਾਸਨਾ ਬੁੱਤ ਪ੍ਰਸਤੀ ਤੋਂ ਸ਼ੁਰੂ ਹੁੰਦੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੁੱਢ ਤੋਂ ਹੀ ਇੱਕ ਅਕਾਲ ਪੁਰਖ ਦੀ ਉਪਾਸਨਾ ਦ੍ਰਿੜਾਈ ਔਰ ਮਹਾਂਪੁਰਖਾਂ ਦਾ ਦਰਜਾ ਵੱਖਰਾ ਦੱਸਿਆ ਜੋ ਵਾਹਿਗੁਰੂ ਨਾਲ ਰੌਲਾ ਪਾਉਣ ਵਾਲਾ ਨਾ ਹੋਵੇ। ਹਾਂ ਜੀ, ਗੁਰੂ ਨਾਨਕ ਨੇ ਸੁੱਚੀ ਤੇ ਉੱਚੀ ਵਾਹਦਾਨੀਅਤ ਦਾ ਝੰਡਾ ਖੜਾ ਕੀਤਾ। ਬੁੱਤ ਪ੍ਰਸਤੀ ਨੂੰ ਗਿਰਾਉਣ ਵਾਲੀ ਤੇ ਆਮ ਵਰਤੋਂ ਵਿੱਚ ਨੀਵਾਂ ਅਸਰ ਪੈਦਾ ਕਰਨਹਾਰੀ ਦੇਖ ਕੇ ਉਸ ਤੋਂ ਹੋੜ ਦਿੱਤਾ। ਉਸ ਦੀ ਜਗ੍ਹਾ ਸਤਸੰਗ ਜਿਉਂਦਾ ਜਾਗਦਾ, ਰੱਬੀ ਲਗਨ ਵਾਲਾ, ਕੀਰਤਨ ਦੇ ਹੁਲਾਰੇ ਵਾਲਾ, ਪ੍ਰੇਮ ਦੇ ਜੋਬਨਾ ਵਾਲਾ ਸਤਸੰਗ ਪੈਦਾ ਕਰ ਦਿੱਤਾ। ਕਰੜੇ ਤਪਾਂ ਤੇ ਤਮੋਗੁਣੀ ਹੱਠਾਂ ਦੀ ਥਾਂ ਵਾਹਿਗੁਰੂ ਦਾ ਕੀਰਤਨ ਬਖਸ਼ਿਆ। ਵਾਹਿਗੁਰੂ ਨਾਮ ਦੀ ਸਾਧਨਾ ਨਾਲ ਸਹਿਜ ਸਮਾਧ ਤੇ ਲਿਵ ਦਾ ਆਦਰਸ਼ ਕਾਇਮ ਕੀਤਾ। ਭਗਤ ਕੀਰਤਨ ਕਰਦੇ ਸਨ ਪਰ ਉਹਨਾਂ ਦਾ ਕੀਰਤਨ ਸਾਈਂ ਅੱਗੇ ਨਾਚਾ ਸੰਯੁਕਤ ਸੀ। ਪਰ ਇਹ ਨਾਚ ਸੰਕੀਰਤਨ ਲੋਕਾਂ ਨੂੰ ਸੰਸਾਰੀ ਨਾਚਾਂ ਵਿੱਚ ਲੈ ਗਿਆ। ਗੁਰੂ ਨਾਨਕ ਦੇਵ ਜੀ ਨੇ ਉਂਗਲ ਖੜੀ ਕਰਕੇ ਮਨੇ ਕਰ ਦਿੱਤਾ। ਉਹਨਾਂ ਨੇ ਸਰੀਰ ਦਾ ਨਾਚ ਨੱਚਣ ਕੁੱਦਣ ਮਨ ਕਾ ਚਾਓ ਦੱਸ ਕੇ ਮਨੇ ਕੀਤਾ। ਵੇਖੈ ਲੋਕ ਹਸੇ ਕਰ ਜਾਏ, ਰੋਟੀਆਂ ਕਾਰਨ ਪੂਰੇ ਤਾਲ, ਆਪ ਪਛਾੜੇ ਧਰਤੀ ਨਾਲ। ਗਾਵਨ ਗੋਪੀਆਂ ਗਾਵਨ ਕਾਨ, ਗਾਵਨ ਸੀਤਾ ਰਾਜੇ ਰਾਮ, ਵਾਲੇ ਗਿਰਾਓ ਵੱਲ ਲੈ ਗਏ ਕੀਰਤਨ ਨੂੰ। ਉੱਡ ਉੱਡ ਰਾਵਾ ਝਾਟੇ ਪਾਏ ਕਹਿ ਕੇ ਮਨੇ ਕਰਕੇ ਫਰਮਾਇਆ, ਨਾਨਕ ਜਿਨ ਮਨ ਭੋ ਤਿਨਾ ਮਨ ਭਾਓ। ਇਸੇ ਤਰ੍ਹਾਂ ਸਭ ਤੋਂ ਵੱਡੀ ਗੱਲ ਜੋ ਸ਼੍ਰੀ ਗੌਰੰਗ, ਵੱਲਭ, ਰਾਮਾਨੁਜ, ਰਾਮਾਨੰਦ ਤੇ ਹੋਰ ਭਗਤਾਂ ਦੀ ਦੂਰ ਕੀਤੀ, ਸਰੀਰਕ ਸੰਨਿਆਸ ਦੀ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗ੍ਰਸਤੀ ਰਹਿਣਾ, ਗ੍ਰਸਤ ਵਿੱਚ ਫਰਜ਼ ਅਦਾ ਕਰਨੇ, ਖੱਟਣਾ, ਕਾਲਣਾ, ਫੇਰ ਦੇਣਾ, ਦੇ ਕੇ ਭਲਾ ਮਨਾਉਣਾ, ਗ੍ਰਸਤ ਵਿੱਚ ਰਹਿਣਾ ਪਰ ਲੰਪਟ ਨਾ ਹੋਣਾ, ਮਨ ਦੀ ਲਗਨ ਹਰ ਘੜੀ ਬੇਅੰਤ ਵੱਲ ਰੱਖਣੀ, ਇਹ ਮੱਤ ਦਿੱਤੀ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਦੇ ਪੈਦਾ ਕੀਤੇ ਰੱਬੀ ਬੰਦਿਆਂ ਦੀ ਇੱਕ ਜਿਉਂਦੀ ਕੌਮ ਬਣ ਗਈ, ਜਿਨ੍ਹਾਂ ਦੇ ਗ੍ਰਸਤ ਇਖਲਾਕ, ਰੂਹਾਨੀਅਤ, ਬੀਰਤਾ ਤੇ ਸਾਰੇ ਫਰਜ਼ਾਂ ਦੀ ਕੀਰਤੀ ਜਗਤ ਵਿੱਚ ਫੈਲ ਗਈ। ਗੁਰੂ ਨਾਨਕ ਨੇ ਗ੍ਰਸਤ ਸੰਨਿਆਸ ਦਾ ਅਮਲੀ ਤਰੀਕਾ ਇਹ ਦੱਸਿਆ ਕਿ ਪਦਾਰਥ ਛੱਡ ਕੇ ਜੰਗਲ ਨਾ ਜਾਓ, ਵਿੱਚੇ ਰਹੋ, ਪਦਾਰਥਾਂ ਦੇ ਦਾਤੇ ਨਾਲ ਜੁੜੇ ਰਹੋ ਤੇ ਉਸ ਦਾ ਸਦਾ ਸ਼ੁਕਰ ਕਰੋ। ਇਸ ਸ਼ੁਕਰ ਦੀ ਬਿਰਤੀ ਵਿੱਚ ਅਮਲੀ ਸੰਨਿਆਸ ਹੈ। ਤਿਆਗ ਸੂਰਤ ਦਾ ਹੋਵੇ, ਸੂਰਤ ਦੀਆਂ ਪਕੜਾਂ ਛੁੱਟ ਜਾਣ ਤਾਂ ਸੰਨਿਆਸ ਅੰਦਰ ਆ ਵਸਿਆ। ਜੇ ਸਰੀਰਕ ਤਿਆਗ ਕਰਨਾ ਚਾਹੋ ਤਾਂ ਸਰੀਰ ਦਾ ਤਿਆਗ ਦਾਨ ਵਿੱਚ ਸਮਝੋ, ਅਰਥਾਤ ਜੋ ਕੁਝ ਤੁਸੀਂ ਕਿਰਤ ਨਾਲ ਕਮਾਉਂਦੇ ਹੋ ਵੰਡ ਛਕੋ। ਧਨ ਲੱਭਣਾ ਚਾਹੋ ਤਾਂ ਛੱਡੋ, ਪਰ ਜਗਤ ਪੀੜਾ ਹਰਨ ਵਿੱਚ ਉਸ ਨੂੰ ਸਫਲਾ ਕਰੋ। ਇੱਥੇ ਵੀ ਕਮਾਲ ਹੈ ਦਾਤਾ ਜੀ ਦਾ। ਦਾਨ ਦੇਣਾ ਤਾਂ ਸਭ ਨੇ ਸ਼ੁਭ ਕਰਮ ਦੱਸਿਆ ਹੈ, ਪਰ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਕੇ ਕਮਾਉਣਾ ਤੇ ਫਿਰ ਦੇਣਾ, ਇਸ ਨੂੰ ਸਾਈਂ ਪਛਾਣਨ ਦੇ ਸਾਧਨਾਂ ਵਿੱਚੋਂ ਇੱਕ ਸਾਧਨ ਦੱਸਿਆ ਹੈ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਓ ਪਛਾਣੇ ਸੀ। ਗੁਰੂ ਨਾਨਕ ਨੇ ਗ੍ਰਸਤ ਵਿੱਚ ਰੂਹਾਨੀ ਕਮਾਲ, ਅਨੰਤ ਵਿੱਚ ਲਗਾਤਾਰ ਮਨ ਦੇ ਲਗਾਓ ਨੂੰ ਆਪ ਕਰਕੇ ਦਿਖਾਇਆ। ਸ੍ਰੀ ਪਾਵਨ ਲਹਿਣਾ ਜੀ ਵਿੱਚ ਪਾ ਕੇ ਉਹਨਾਂ ਵਿੱਚ ਕਮਾਲ ਕਰਕੇ ਦਿਖਾਇਆ। ਪਿੱਛੇ ਰਹੇ ਭਾਈ ਬੁੱਢਾ ਜੀ, ਭਾਈ ਲਾਲੋ ਜੀ ਆਦਿ ਸਿੱਖਾਂ ਵਿੱਚ ਰੋਹ ਜਾਰੀ ਕਰਕੇ ਤੇ ਸਦੀਵੀ ਰੋਹ ਜਾਰੀ ਕਰਕੇ ਦਿਖਾ ਦਿੱਤੀ। ਇੱਧਰ ਇਹ ਕਲਿਆਣ ਮਾਰਗ ਟੁਰਿਆ, ਉੱਧਰ ਇਨ੍ਹਾਂ ਹੀ ਬੰਦਿਆਂ ਦੀ ਇੱਕ ਜਿਉਂਦੀ ਜਾਗਦੀ ਸਬਲ ਕੌਮ ਬਣ ਗਈ। ਭਗਤਾਂ ਦੇ ਨਾਮ ਲੇਵਾ ਤੇ ਸੰਪਰਦਾਵਾਂ ਤਾਂ ਹਨ, ਪਰ ਉਹ ਕੌਮਾਂ ਨਹੀਂ ਬਣੀਆਂ। ਪਰ ਗੁਰੂ ਸਾਹਿਬ ਦੇ ਮੁਕੰਮਲ ਪ੍ਰਚਾਰ ਦਾ ਫਲ ਇੱਕ ਨਿਹਾਇਤ ਬਜ਼ੁਰਗ ਕੌਮ ਨੂੰ ਬਣਾ ਦੇਣ ਵਿੱਚ ਸਫਲ ਹੋਇਆ। ਇਹ ਗੱਲ ਪੱਛਮੀ ਲੇਖਕਾਂ ਵੀ ਮੰਨੀ ਹੈ ਤੇ ਦਰਸਾਈ ਹੈ। ਯਥਾ ਕਨਿੰਗਮ ਲਿਖਦਾ ਹੈ, ਰਾਮਾਨੰਦ ਤੇ ਗੋਰਖ ਨੇ ਮਜ਼ਹਬਾਂ ਦੀ ਸਮਾਨਤਾ ਦਾ ਪ੍ਰਚਾਰ ਕੀਤਾ। ਚੈਤਨਿਆ ਨੇ ਇਹੋ ਜਾਤ ਪਾਤ ਮਿਟਾਉਣ ਵਾਲਾ ਨਿਸ਼ਚਾ ਦੁਹਰਾਇਆ। ਕਬੀਰ ਨੇ ਆਮ ਜਨਤਾ ਨੂੰ ਉਸ ਦੀ ਆਪਣੀ ਬੋਲੀ ਵਿੱਚ ਸਬੂਤ ਦੇ ਦੇ ਕੇ ਮੂਰਤੀ ਪੂਜਾ ਹਟਾਈ। ਵੱਲਭ ਜੀ ਨੇ ਸਿਖਾਇਆ ਕਿ ਸਧਾਰਨ ਸੰਸਾਰਕ ਡਿਊਟੀਆਂ ਦੇ ਨਾਲ ਹੀ ਸੰਪੂਰਨ ਭਗਤੀ ਪ੍ਰਾਪਤ ਹੋ ਸਕਦੀ ਹੈ।
ਪਰ ਇਹ ਭਲੇ ਤੇ ਦਾਨੇਪੂਰਕ ਪ੍ਰਤੀਤ ਦਿੰਦਾ ਹੈ ਕਿ ਜ਼ਿੰਦਗੀ ਦੀ ਅਸਾਰਤਾ ਤੇ ਇੰਨੇ ਮੁਤਾਸਰ ਹੋਏ ਸਨ ਕਿ ਉਹਨਾਂ ਨੇ ਨਿਸ਼ਚੈ ਕਰ ਲਿਆ ਸੀ ਕਿ ਮਨੁੱਖ ਦੀ ਭਾਈਚਾਰਕ ਹਾਲਤ ਦਾ ਸੁਧਾਰ ਇੱਕ ਨੀਵਾਂ ਖਿਆਲ ਹੈ। ਇਹਨਾਂ ਦੀ ਵੱਡੀ ਸੇਧ ਪੁਜਾਰੀਆਂ ਤੋਂ ਜਾਂ ਬੁੱਤ ਪ੍ਰਸਤੀ ਦੀ ਸਤੂਲਤਾ ਤੇ ਸ਼ਿਰਕ ਕੋਲੋਂ ਛੁਟਕਾਰਾ ਦਿਵਾਉਣਾ ਸੀ। ਇਹਨਾਂ ਦੀ ਸੰਤੋਖੀ ਤੇ ਤਿਆਗੀਆਂ ਦੀਆਂ ਨੇਕ ਮੰਡਲੀਆਂ ਬਣਾਈਆਂ ਅਤੇ ਪਰਲੋਕ ਦੇ ਸੁੱਖਾਂ ਦੇ ਖਿਆਲਾਂ ਵਿੱਚ ਆਪਣਾ ਆਪ ਸਾਰਾ ਲਗਾ ਦਿੱਤਾ। ਪਰ ਇਹ ਇਉਂ ਨਹੀਂ ਕਰ ਸਕੇ ਕਿ ਆਪਣੇ ਮਗਰ ਲੱਗਣ ਵਾਲਿਆਂ ਨੂੰ ਭਾਈਚਾਰਕ ਤੇ ਮਜ਼ਹਬੀ ਗੱਲਾਂ ਤੋਂ ਜੋ ਗਿਰਾਵਟ ਵਾਲੀਆਂ ਸਨ ਛੁਟਕਾਰਾ ਦਿਵਾ ਦੇਣ, ਤਾਂ ਕਿ ਸਦੀਆਂ ਦੀ ਸੜਾਨ ਤੋਂ ਛੁਟਕਾਰਾ ਪਾ ਕੇ ਇੱਕ ਨਵੀਂ ਕੌਮ ਉੱਠ ਖੜੀ ਹੋਵੇ। ਸਗੋਂ ਉਹਨਾਂ ਨੇ ਫਿਰਕੇ ਬੰਦੀਆਂ ਮੁਕੰਮਲ ਕੀਤੀਆਂ, ਬਜਾਏ ਇਸ ਦੇ ਕਿ ਕੌਮੀਅਤ ਦੇ ਉਹ ਬੀਜ ਬੀਜਦੇ। ਉਹਨਾਂ ਦੇ ਫਿਰਕੇ ਹੁਣ ਤੱਕ ਉਸੇ ਹਾਲਤ ਵਿੱਚ ਹਨ ਜਿਵੇਂ ਕਿ ਉਹ ਛੋੜ ਗਏ ਸਨ। ਪਰ ਇਹ ਗੱਲ ਗੁਰੂ ਨਾਨਕ ਲਈ ਹੀ ਮਖਸੂਸ ਰਹੀ ਕਿ ਸੁਧਾਰ ਦੇ ਸੱਚੇ ਅਸੂਲਾਂ ਨੂੰ ਠੀਕ ਤਰ੍ਹਾਂ ਪਛਾਣਨ ਤੇ ਆਪ ਨੇ ਉਹ ਵਿਸ਼ਾਲ ਨੀਹਾਂ ਰੱਖੀਆਂ ਜਿਨ੍ਹਾਂ ਕਰਕੇ ਉਹਨਾਂ ਦੇ ਜਾਨਸ਼ੀਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੇਸ਼ ਵਾਸੀਆਂ ਦੇ ਮਨ ਇੱਕ ਨਵੀਨ ਕੌਮੀਅਤ ਨਾਲ ਪ੍ਰਜਵਲਿਤ ਕਰ ਦਿੱਤੇ ਅਤੇ ਇਸ ਮਸਲੇ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਕਿ ਛੋਟੇ ਤੋਂ ਛੋਟਾ ਵੱਡੇ ਤੋਂ ਵੱਡੇ ਦੇ ਬਰਾਬਰ ਹੈ ਅਤੇ ਇਹ ਬਰਾਬਰੀ ਜਿਵੇਂ ਨਸਲ ਵਿੱਚ ਤਿਵੇਂ ਈਮਾਨ ਵਿੱਚ ਹੈ, ਜਿਵੇਂ ਮਜ਼ਹਬੀ ਉਮੀਦਾਂ ਵਿੱਚ ਤਿਵੇਂ ਰਾਜਨੀਤਿਕ ਹੱਕਾਂ ਵਿੱਚ ਇੱਕੋ ਜਿਹੀ ਹੈ, ਭਾਵੇਂ ਕਿ ਇੱਕ ਜਿਉਂਦੀ ਜਾਗਦੀ ਸਬਲ ਕੌਮ ਬਣਾ ਦਿੱਤੀ। ਗੁਰੂ ਨਾਨਕ ਦੇਵ ਤੇ ਵੇਦਕ ਰਿਸ਼ੀ ਜੈਦੇਵ ਤੋਂ ਪਹਿਲਾਂ ਜਾਂ ਇਉਂ ਕਹੋ ਕਿ 5ਵੀਂ ਸਦੀ ਤੋਂ ਪਹਿਲੇ ਹਿੰਦੁਸਤਾਨ ਦੇ ਯਾਗਵਲਕ ਵਰਗੇ ਮਹਾਂਪੁਰਖਾਂ ਦਾ ਕਮਾਲ ਅਤੇ 6 ਸ਼ਾਸਤਰਾਂ ਗੀਤਾ ਦਾ ਕਮਾਲ ਇੱਕ ਬੁੱਧੀ ਮੰਡਲ ਦਾ ਕਮਾਲ ਹੈ। ਇਹਨਾਂ ਤੋਂ ਉਪਜੇ ਇਖਲਾਕੀ ਫਿਲਸਫੇ ਦਾ ਕਮਾਲ ਬੁੱਧ ਜੀ ਦੇ ਜੀਵਨ ਵਿੱਚ ਹੋ ਗਿਆ। ਯੋਗ ਵਿੱਚ ਅਸੀਂ ਸਰੀਰਕ ਅੰਗਾਂ ਦੀਆਂ ਕਿਰਿਆਵਾਂ ਪਰ ਵਸੀਕਾਰ ਦੇ ਨਾਲ ਰੂਹਾਨੀ ਰੰਗ ਵੇਖਦੇ ਹਾਂ, ਪਰ ਭਗਤੀ ਨੂੰ ਸਰਸਰੀ ਤੌਰ ਤੇ ਲੱਗਦੇ ਹੱਥ ਵਰਣਨ ਕੀਤਾ ਵੇਖਦੇ ਹਾਂ, ਕਮਾਲ ਨਹੀਂ ਵੇਖਦੇ। ਪਰੰਤੂ ਵੈਦਿਕ ਰਿਸ਼ੀਆਂ ਵਿੱਚ ਜੋ ਇਹਨਾਂ ਤੋਂ ਕਈ ਹਜ਼ਾਰ ਵਰਸ ਪਹਿਲੇ ਹੋਏ, ਅਸੀਂ ਇੱਕ ਹੋਰ ਸੁੰਦਰਤਾ ਵੇਖਦੇ ਹਾਂ। ਜਦੋਂ ਅਜੇ ਫਿਲਾਸਫੀ ਵਾਲੀ ਛਾਣਬੀਣ ਵਾਲੇ ਤ੍ਰਿਖੇ ਮਗਜ਼ ਨਹੀਂ ਸਨ ਆਏ, ਜਦੋਂ ਅਜੇ ਮਗਜ਼ ਇਖਲਾਕੀ ਤੇ ਦਾਰਸ਼ਨਿਕ ਬਾਰੀਕੀਆਂ ਇੱਚ ਨਹੀਂ ਸੀ ਗਏ, ਜਦੋਂ ਅੰਤਰ ਬ੍ਰਿਤ ਯੋਗ ਦੇ ਕ੍ਰਿਸ਼ਮੇ ਮਾਲੂਮ ਨਹੀਂ ਸੀ ਹੋਏ ਤੇ ਜਦੋਂ ਲਗਭਗ ਸਾਰਾ ਸੰਸਾਰ ਬੁੱਤ ਪ੍ਰਸਤੀ, ਦਰਖਤ ਪ੍ਰਸਤੀ, ਰੂਹਾਂ ਦੀ ਪ੍ਰਸਤਸ਼ ਵਿੱਚ ਭੈ ਤੇ ਭਰਮ ਹੇਠ ਗਰਸਿਆ ਪਿਆ ਸੀ, ਉਦੋਂ ਸਿੱਧਾ ਸਾਦਾ ਗ੍ਰਸਤੀ ਬੇਛਲ ਬਹਾਦਰ ਆਰਿਆ ਆਦਮੀ ਪੰਜਾਬ ਦੇ ਦਰਿਆਵਾਂ ਦੇ ਕੰਢੇ ਦੁੱਧ ਪੀ ਕੇ ਖੀਵਾ ਹੋ ਰਿਹਾ ਹੈ। ਉਸ ਵੇਲੇ ਉਸ ਦਾ ਮਜ਼ਬੂਤ ਸਰੀਰ ਤੇ ਨਵਾਂ ਨਰੋਆ ਦਿਲ ਸੂਰ ਦੇ ਪ੍ਰਕਾਸ਼ ਨੂੰ ਵੇਖ ਕੇ ਸਿਫਤ ਸਲਾਹ ਵਿੱਚ ਆਉਂਦਾ ਹੈ, ਚੰਦ ਨੂੰ ਦੇਖ ਕੇ ਗੀਤ ਗਾ ਉੱਠਦਾ ਹੈ, ਵਾਯੂ ਤੇ ਅਗਨੀ ਦੇ ਕ੍ਰਿਸ਼ਮੇ ਤੱਕ ਸਾਮਨ ਰਚਦਾ ਹੈ। ਗੱਲ ਕੀ ਕੁਦਰਤ ਦੇ ਚਮਤਕਾਰ ਉਸ ਵਿੱਚ ਅਸਚਰਜ ਪੈਦਾ ਕਰਦੇ ਹਨ, ਪਰ ਉਹ ਇਹਨਾਂ ਦੀ ਸਿਫਤ ਸਲਾਹ ਕਰਦਾ ਤੇ ਕਿਸੇ ਸਵਾਦ ਵਿੱਚ ਜਾਂਦਾ ਹੈ। ਇਸ ਨੂੰ ਅਜੇ ਸ਼ੰਕਰ ਦੇ ਆਤਮਾ ਦਾ ਔਰ ਉਪਨਿਖਦਾਂ ਤੇ ਬ੍ਰਹਮ ਦਾ ਪਤਾ ਨਹੀਂ, ਪਰ ਦ੍ਰਿਸ਼ਟਮਾਨ ਦੇ ਲਿਸ਼ਕਾਰ ਤੋਂ ਅਤੇ ਕੁਦਰਤੀ ਸੁੰਦਰਤਾ ਦੇ ਚਮਤਕਾਰੇ ਤੋਂ ਇਹ ਕਿਸੇ ਵਿਸਮਾਦੀ ਕਿਸਮ ਦੇ ਰਸ ਵਿੱਚ ਆ ਕੇ ਝੂਮਦਾ ਤੇ ਵੇਦਕ ਗੀਤ ਬਣਾਉਂਦਾ ਹੈ। ਇਸ ਨੂੰ ਦ੍ਰਿਸ਼ਟਮਾਨ ਤੋਂ ਯੋਗ ਮਿਲਦਾ ਹੈ। ਆਪਣੀ ਲੋੜ ਵੇਲੇ ਇਹ ਚਮਤਕਾਰ ਦੇ ਪਿੱਛੇ ਝਾਤ ਮਾਰਨ ਲੱਗ ਪੈਂਦਾ ਹੈ। ਅੱਗ ਦੇ ਮਗਰ ਅਗਨੀ ਦੇਵਤਾ, ਬਦਲਾ ਮੀਂਹਾਂ ਦੇ ਮਗਰ ਇੰਦਰ ਦੇਵਤਾ ਤੇ ਸਰਸਵਤੀ ਨਦੀ ਦੇ ਮਗਰ ਵਾਚ ਦੇਵੀ ਦੇ ਸੁਪਨੇ ਲੈਣ ਲੱਗ ਪੈਂਦਾ ਹੈ ਤੇ ਫਿਰ ਉਹਨਾਂ ਅੱਗੇ ਅਰਦਾਸਾਂ ਕਰਦਾ ਹੈ। ਮਾਨੋ ਕੁਦਰਤੀ ਜਲਵਿਆਂ ਦੇ ਮਗਰ ਇਸ ਨੂੰ ਕੁਝ ਭਰਮ ਪੈਂਦਾ ਹੈ ਕਿ ਕੋਈ ਹੋਰ ਲੁਕੀ ਤਾਕਤ ਹੈ, ਭਾਵੇਂ ਉਸ ਤਾਕਤ ਨੂੰ ਇੱਕ ਨਹੀਂ ਸਮਝਦਾ ਤੇ ਹਰੇਕ ਦੇ ਮਗਰ ਵੱਖਰੀ ਵੱਖਰੀ ਤਾਕਤ ਆਪਣੇ ਤੋਂ ਬਲਵਾਨ ਪਰ ਆਪਣੇ ਵਰਗੀ ਸਰੀਰਕ ਭਾਵਾਂ ਵਾਲੀ ਸ਼ਕਤੀ ਅਨੁਮਾਨਦਾ ਹੈ। ਪਰ ਇਉਂ ਇਸ ਦੇ ਸਨੇ ਸਨੇ ਅਨੰਤ ਵੱਲ ਭੋਲੀ ਭੋਲੀ ਝਾਕੀ ਪੈ ਰਹੀ ਹੈ ਔਰ ਫਿਰ ਦੇਖੋ ਇਹ ਇੱਥੋਂ ਚਲੀ ਗਈ ਹੈ ਕਿ ਇੱਕ ਦੇ ਖਿਆਲ ਵੀ ਆਉਣ ਲੱਗ ਪਏ ਹਨ ਤੇ ਵਿਆਪਕਤਾ ਦੇ ਸੁਪਨੇ ਵੀ ਆ ਗਏ ਹਨ। ਇੱਥੋਂ ਤਾਈਂ ਕਿ ਵੇਦਾਂ ਦੇ ਸਮੇਂ ਦੀਆਂ ਨਿਰਛਲ ਭੋਲੀਆਂ ਸੱਚੀਆਂ ਤੇ ਬਨਾਵਟੀ ਧਰਮਾਂ ਅਤੇ ਝੂਠੀਆਂ ਲਾਜਾਂ ਤੋਂ ਉੱਚੀਆਂ ਕੁੜੀਆਂ ਵੀ ਪੰਜਾਬ ਦੇ ਬ੍ਰਿਛਾਂ ਹੇਠ ਗਿੱਧੇ ਪਾਉਂਦੀਆਂ ਤੇ ਉਸ ਆਨੰਦ ਨੂੰ ਸੁਗੰਧੀ ਰੂਪ ਕਹਿਣ ਲੱਗ ਪਈਆਂ ਹਨ। ਹੇ ਸੁਗੰਧੀ ਰੂਪ ਤ੍ਰੈਕਾਲ ਦਰਸ਼ੀ, ਸਾਡੇ ਪੱਤੀਆਂ ਨੂੰ ਜਾਣਨ ਵਾਲੇ, ਸਾਡੇ ਯੋਗ ਵਰ ਨੂੰ ਮਿਲਾ ਦੇ। ਪੰਜਾਬ ਦੇ ਪੁਰਾਣੇ ਪੰਜਾਬੀ ਸਾਡੇ ਵੱਡੇ, ਜਿਨ੍ਹਾਂ ਨੇ ਇਸੇ ਪਿਆਰੀ ਧਰਤੀ ਵਿੱਚ ਕੁਦਰਤ ਦੇ ਚਮਤਕਾਰਾਂ ਤੋਂ ਰਸ ਜਾਂ ਸਤਿਕਾਰ ਵਾਲੇ ਭੈ ਵਿੱਚ ਆ ਕੇ ਉਹਨਾਂ ਚਮਤਕਾਰਾਂ ਦੇ ਹੀ ਗੀਤ ਗਾਵੇਂ, ਨਿੰਦਣਯੋਗ ਨਹੀਂ ਹਨ। ਸਗੋਂ ਇਸ ਕਰਕੇ ਸਤਿਕਾਰਯੋਗ ਹਨ ਕਿ ਉਹਨਾਂ ਪਰ ਕੁਦਰਤ ਦਾ ਚਮਤਕਾਰ ਅਚਰਜਤਾ ਤੇ ਸਲਾਹਤ ਦਾ ਅਸਰ ਪੈਦਾ ਕਰਦੀ ਸੀ ਤੇ ਉਹ ਕਿਸੇ ਅਸਚਰਜ ਵਿੱਚ ਤੇ ਵਿਸਮਾਦ ਦੀ ਕਿਸਮ ਦੇ ਕਿਸੇ ਰੂਪ ਵਿੱਚ ਜਾਂਦੇ ਸਨ। ਇਹ ਇੱਕ ਮੁਤਾਲਿਆ ਦਾ ਕੰਮ ਹੈ ਕਿ ਉਹ ਦ੍ਰਿਸ਼ਟਮਾਨ ਚਮਤਕਾਰ ਤੋਂ ਉਪਨਿਖਦਾਂ ਦੇ ਬ੍ਰਹਮ ਅਤੇ ਧਾਰਨਾ ਧਿਆਨ ਸਮਾਧੀ ਦੇ
ਦ੍ਰਿਸ਼ਟਾਂ ਦੇ ਯੋਗ ਤੱਕ ਅਪੜੇ। ਚੂੰਕਿ ਇਹਨਾਂ ਮਹਾਂਪੁਰਖਾਂ ਪਰ ਜੋ ਇਸ ਸਮੇਂ ਹੋਏ ਬਹੁਤ ਮਾਣ ਕੀਤਾ ਜਾਂਦਾ ਹੈ ਤੇ ਸਾਡੇ ਉੱਪਰ ਕਹੇ ਗੁਣਾ ਕਰਕੇ ਤੇ ਸਾਡੇ ਵੱਡੇ ਹੋਣ ਕਰਕੇ ਉਹ ਹੈਨ ਵੀ ਇਸ ਰੋਸ਼ਨੀ ਵਿੱਚ ਸਨਮਾਨਯੋਗ। ਪਰ ਅਸੀਂ ਆਪ ਨੂੰ ਦੱਸਦੇ ਹਾਂ ਕਿ ਇਸ ਪਾਸੇ ਵੀ ਗੁਰੂ ਨਾਨਕ ਦੇਵ ਜੀ ਕਮਾਲ ਤੇ ਖੜੇ ਹਨ। ਦ੍ਰਿਸ਼ਟਮਾਨ ਕੁਦਰਤੀ ਚਮਤਕਾਰਾਂ ਤੇ ਸੁੰਦਰਤਾਈਆਂ ਤੋਂ ਜੋ ਰਸ ਪੈਦਾ ਹੁੰਦਾ ਹੈ ਉਸ ਦਾ ਵੀ ਗੁਰੂ ਨਾਨਕ ਦੇਵ ਵਿੱਚ ਕਮਾਲ ਹੈ। ਗੁਰੂ ਨਾਨਕ ਦੇਵ ਜੀ ਕੁਦਰਤ ਨੂੰ ਵੇਖਦੇ ਹੀ ਨਹੀਂ, ਕੁਦਰਤ ਦੇ ਪੂਰੇ ਸਾਖੀ ਹਨ ਅਤੇ ਹਿੰਦ ਵਿੱਚ ਕੁਦਰਤ ਦੀ ਦੁਹਾਈ ਸਭ ਤੋਂ ਪਹਿਲੇ ਇਸੇ ਦਾਤਾ ਜੀ ਨੇ ਦਿੱਤੀ ਹੈ। ਕੁਦਰਤ ਦਿਸੇ ਕੁਦਰਤ ਸੁਣੀਏ, ਕੁਦਰਤ ਭੋ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬਹਿ ਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ, ਨਾਨਕ ਹੁਕਮੇ ਅੰਦਰ ਵੇਖੈ ਵਰਤੇ ਤਾਕੋ ਤਾਕ। ਕੁਦਰਤ ਦੇ ਸਮਾਨਾਂ ਤੋਂ ਸੁੰਦਰਤਾ ਦਾ ਝਲਕਾ ਵੱਜਦਾ ਹੈ ਜਿਸ ਤੋਂ ਅਚਰਜ ਤੇ ਸਲਾਉਣ ਦਾ ਭਾਵ ਪੈਦਾ ਹੁੰਦਾ ਹੈ ਤੇ ਜੇ ਸੁਭਾਗ ਹੋਣ ਤਾਂ ਵਿਸਮਾਦ ਵਿੱਚ ਲੈ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਉਸ ਦਾ ਇਉਂ ਜ਼ਿਕਰ ਕਰਦੇ ਹਨ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ, ਵਿਸਮਾਦ ਰੂਪ ਵਿਸਮਾਦ ਰੰਗ, ਵਿਸਮਾਦ ਨਾਗੇ ਫਿਰੇ ਚੰਦ, ਵਿਸਮਾਦ ਪੌਣ ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ ਵਿਸਮਾਦ ਖਾਣੀ, ਵਿਸਮਾਦ ਸਾਧ ਲਗੇ ਪ੍ਰਾਣੀ, ਵਿਸਮਾਦ ਸੰਜੋਗ ਵਿਸਮਾਦ ਵਿਜੋਗ, ਵਿਸਮਾਦ ਭੁੱਖ ਵਿਸਮਾਦ ਭੋਗ, ਵਿਸਮਾਦ ਸਿਫਤ ਵਿਸਮਾਦ ਸਲਾਹ, ਵਿਸਮਾਦ ਉਜੜ ਵਿਸਮਾਦ ਰਾਹ, ਵਿਸਮਾਦ ਨੇੜੇ ਵਿਸਮਾਦ ਦੂਰ, ਵਿਸਮਾਦ ਦੇਖੇ ਹਾਜ਼ਰਾ ਹਜੂਰ, ਵੇਖ ਵਿਡਾਨ ਰਹਿਆ ਵਿਸਮਾਦ, ਨਾਨਕ ਬੂਝਣ ਪੂਰੇ ਭਾਗ। ਹਾਂਜੀ, ਗੁਰੂ ਨਾਨਕ ਦੇਵ ਜੀ ਨੂੰ ਕੁਦਰਤ ਦੇ ਪ੍ਰਕਾਸ਼ ਤੇ ਇਸ ਦੇ ਅਚਰਜ ਰੰਗ ਅਚਰਜ ਵਿੱਚ ਲੈ ਜਾਂਦੇ ਹਨ। ਇਹਨਾਂ ਨੂੰ ਵੇਖ ਕੇ ਆਪ ਵਿਡਾਨ ਹੋ ਕੇ ਵਿਸਮਾਦ ਮਗਨ ਹੋ ਜਾਂਦੇ ਹਨ। ਹੈ ਨਾ ਸ਼੍ਰੀ ਗੁਰੂ ਨਾਨਕ ਪੁਰਾਣੇ ਪੰਜਾਬੀ ਨਿਰਛਲ ਕੁਦਰਤ ਦਰਸ਼ਨਾਂ ਵਿੱਚ ਉੱਚੇ ਖੜੇ ਔਰ ਕੈਸੇ ਅਭੁੱਲ। ਉਹ ਪੁਰਾਣੇ ਸਤਿਕਾਰਯੋਗ ਪੰਜਾਬੀ ਤਾਂ ਚਮਤਕਾਰਾਂ ਤੋਂ ਅਚਰਜ ਹੋ ਕੇ ਉਹਨਾਂ ਦੀ ਪੂਜਾ ਵਿੱਚ ਪੈ ਜਾਂਦੇ ਸਨ, ਪਰ ਗੁਰੂ ਜੀ ਉਸ ਪੈਂਦੇ ਹੋਏ ਅਚਰਜ ਤੋਂ ਆਪਣੇ ਅੰਦਰ ਵਿਸਮਾਦ ਵਿੱਚ ਲੀਨ ਹੋ ਕੇ ਦ੍ਰਿਸ਼ਟਾ ਪਦ ਵਿੱਚ ਵੇਈ ਦਾ ਗੋਤਾ ਮਾਰ ਜਾਂਦੇ ਹਨ। ਦ੍ਰਿਸ਼ਟਮਾਨ ਸੁੰਦਰਤਾ ਦੇ ਝਲਕੇ ਤੋਂ ਵੀ ਦ੍ਰਿਸ਼ਟਾ ਵਿੱਚ ਉਸ ਬੇਅੰਤ ਵਿੱਚ ਜਾ ਗੁੰਮ ਹੁੰਦੇ ਹਨ ਜਿਸ ਦੇ ਨਾਲ 8 ਪੈਰ ਜੁੜੇ ਰਹਿਣਾ ਗੁਰੂ ਨਾਨਕ ਨੇ ਕਮਾਲਾਂ ਦਾ ਕਮਾਲ ਕਰਕੇ ਦੱਸਿਆ ਹੈ। ਪੁਰਾਤਨ ਪੰਜਾਬੀ ਜਵਾਨ ਕੁਲ ਦਾ ਵੱਡਾ ਆਪ ਪੁਰੋਹਿਤ ਆਪ ਸਰਦਾਰ ਕੁਦਰਤ ਦੇ ਪਦਾਰਥਾਂ ਅੱਗੇ ਝੁਕ ਰਿਹਾ ਹੈ। ਇਹਨਾਂ ਦੇ ਪਿੱਛੇ ਕੋਈ ਤਾਕਤ ਖਿਆਲਦਾ ਹੈ, ਪਰ ਕਾਦਰ ਨੂੰ ਕੁਦਰਤ ਦੇ ਵਿੱਚ, ਕੁਦਰਤ ਦੇ ਬਾਹਰ, ਕੁਦਰਤ ਦੇ ਆਲੇ ਦੁਆਲੇ ਨਹੀਂ ਲੱਭ ਸਕਦਾ। ਪਰ ਗੁਰੂ ਨਾਨਕ ਸੱਚਾ ਪੰਜਾਬੀ ਪੰਜਾਬ ਦੀ ਧਰਤੀ ਦਾ ਵੀ ਸਭ ਤੋਂ ਵੱਡਾ ਫਖਰ ਇਸੇ ਸੁੰਦਰਤਾ ਦੇ ਝਲਕੇ ਤੋਂ ਰੰਗ ਵਿੱਚ ਆਇਆ ਕੁਦਰਤ ਦੇ ਪਰਦੇ ਪਾਸ ਕਾਦਰ ਨੂੰ ਵੇਖਦਾ ਹੈ। ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾਈ ਪਾਕ। ਹਾਂਜੀ, ਗੁਰੂ ਨਾਨਕ ਜੀ ਕਾਦਰ ਨੂੰ ਕੁਦਰਤ ਦੇ ਸਿਰ ਉੱਤੇ ਕੁਦਰਤ ਤੋਂ ਵੱਖਰਾ ਹੀ ਨਹੀਂ ਵੇਖਦੇ, ਪਰ ਕੁਦਰਤ ਦੇ ਵਿੱਚ ਵੀ ਦੇਖਦੇ ਤੇ ਕੁਦਰਤ ਵਿੱਚ ਕੁਦਰਤ ਦੀ ਵਿਆਪਕਤਾ ਵਾਂਗੂ ਹਰ ਰਗ ਰੇਸ਼ੇ ਵਿੱਚ ਵਸਦਾ ਵੇਖਦੇ ਤੇ ਆਖਦੇ ਹਨ, ਬਲਿਹਾਰੀ ਕੁਦਰਤ ਵਸਿਆ। ਹੇ ਕੁਦਰਤ ਵਿੱਚ ਵਸੇ ਬੇਅੰਤ ਮੈਂ ਤੇਥੋਂ ਸਦਕੇ। ਹਾਂਜੀ, ਕੁਦਰਤ ਉੱਤੇ ਕਾਦਰ, ਕੁਦਰਤ ਦੇ ਵਿੱਚ ਕਾਦਰ ਤੇ ਸਾਰੀ ਕੁਦਰਤ ਹੁਕਮ ਵਿੱਚ ਬੱਦੀ। ਤ੍ਰੈ ਰੰਗ ਤੱਕਦਿਆਂ ਗੁਰੂ ਨਾਨਕ ਨੂੰ 3 ਨਹੀਂ ਦਿੰਦੇ, ਇੱਕੋ ਇੱਕ ਦਿਖਦਾ ਹੈ। ਨਾਨਕ ਹੁਕਮੈ ਅੰਦਰ ਵੇਖੈ ਵਰਤੇ ਤਾਕੋ ਤਾਕ। ਤਾਕ ਹੀ ਤਾਕ ਇੱਕੋ ਇੱਕ ਦਿਖਦਾ ਹੈ। ਕੈਸੀ ਪਵਿੱਤਰ ਵਾਦਾਨੀਅਤ ਹੈ, ਕੈਸੀ ਆਦਰਸ਼ਕ ਸਿਖਰੇ ਚੜੀ ਏਕਤਾ ਦੀ ਦ੍ਰਿਸ਼ਟੀ ਕਰਨੀ ਤੇ ਤਾਲੀਮ ਹੈ। ਦ੍ਰਿਸ਼ਟਮਾਨ ਤੋਂ ਯੋਗ ਤੇ ਦ੍ਰਿਸ਼ਟਾ ਵਿੱਚ ਯੋਗ ਦੋਵੇਂ ਇੱਕ ਥਾਂ ਗੁਰੂ ਨਾਨਕ ਵਿੱਚ ਕਮਾਲ ਤੇ ਹਨ। ਰਚਨਾ ਦਾ ਉਮਾ। ਇੱਥੇ ਅਸਾਂ ਸ਼੍ਰੀ ਗੁਰੂ ਜੀ ਦੀ ਇੱਕ ਹੋਰ ਕਮਾਲ ਦੀ ਗੱਲ ਦੱਸਣੀ ਹੈ ਕਿ ਕੁਦਰਤ ਦੇ ਪ੍ਰਕਾਸ਼ ਵਿੱਚ ਆਪ ਨੇ ਇੱਕ ਹੋਰ ਸ਼ੈ ਦੇਖੀ ਤੇ ਇਨਸਾਨ ਦੀ ਤਵੱਜੋ ਉੱਧਰ ਕਰਵਾਈ ਹੈ। ਉਹ ਹੈ ਰਚਨਾ ਦਾ ਉਮਾ। ਜਗਤ ਨੂੰ ਦੁੱਖ ਰੂਪ ਸਭ ਨੇ ਕਿਹਾ, ਪਰ ਇਸ ਵਿੱਚ ਇੱਕ ਉਮਾ ਵੀ ਵਸ ਰਿਹਾ ਹੈ। ਉੱਧਰ ਧਿਆਨ ਗੁਰੂ ਨਾਨਕ ਦੇਵ ਜੀ ਨੇ ਦੁਆਇਆ। ਜਦੋਂ ਸਾਂਖ ਵਰਗੇ ਸ਼ਾਸਤਰਾਂ ਵਿੱਚ ਜਗਤ ਨੂੰ ਦੁੱਖ ਰੂਪ ਕੇ ਅਰਬੀ ਫਾਰਸੀ ਦੇ ਸਾਹਿਤ ਵਿੱਚ ਜਗਤ ਨੂੰ ਦਾਰੁਲ ਮਹਿਨ ਪੜੀਦਾ ਹੈ ਜਾਂ ਚੁਫੇਰੇ ਦੁੱਖ ਦੇਖੀਦਾ ਹੈ ਕਿ ਸਾਰਾ ਸੰਸਾਰ ਦੁਖੀ ਹੈ, ਤਾਂ ਚਿੱਤ ਨਿਰਾਸ਼ਤਾ ਵਿੱਚ ਜਾਂਦਾ ਹੈ ਤੇ ਇਨਸਾਨ ਦੀ ਨਜ਼ਰ ਰਚਨਾ ਵਿੱਚ ਉਮਾ ਵੱਲੋਂ ਬੰਦ ਹੋ ਜਾਂਦੀ ਹੈ। ਇਸ ਤੋਂ ਬੁੱਧ ਜੀ ਵਰਗੇ ਮਹਾਨ ਪੁਰਖਾਂ ਦਾ ਖਿਆਲ ਵੀ ਰੁਕਿਆ ਰਿਹਾ। ਪਰ ਸਤਿਗੁਰੂ ਜੀ ਨੇ ਜਦ ਕਿਹਾ ਕਿ ਨਾਨਕ ਦੁਖੀਆ ਸਭ ਸੰਸਾਰ,
ਉੱਥੇ ਨਾਲ ਹੀ ਉਪਰਾਲਾ ਦੱਸਿਆ, ਮੰਨੇ ਨਾਉ ਸੋਈ ਜਿਣ ਜਾਏ। ਫਿਰ ਇਸ ਤੋਂ ਵੱਖਰੇ ਆਪਣੀ ਬਾਣੀ ਵਿੱਚ ਇਸ ਰਚਨਾ ਦੇ ਉਮਾ ਵੱਲ ਨਜ਼ਰ ਦਿਵਾਈ ਹੈ, ਜਿਸ ਤੋਂ ਦਿਲ ਉਸ ਨਿਰਾਸ਼ਾ ਦੇ ਢਹਿੰਦੀਆਂ ਕਲਾਂ ਵੱਲ ਜਾਣੋਂ ਬਚ ਕੇ ਕੁਦਰਤ ਦੇ ਵਿਗਾਸ ਵਿੱਚ ਆ ਕੇ ਖਿੜਦਾ ਹੈ ਤੇ ਅੰਦਰ ਚੜ੍ਹਦੀਆਂ ਕਲਾਂ ਦੀ ਨੀਂਹ ਵੱਜਦੀ ਹੈ। ਸਤਿਗੁਰੂ ਜੀ ਨੇ ਆਪਣੇ ਨਿਰਵਾਣ ਸਾਧੂ ਨੂੰ ਪਰਮੇਸ਼ਰ ਦਾ ਭਗਤ ਕਿਹਾ ਹੈ ਤੇ ਉਸ ਵਿੱਚ ਵਿਗਾਸ ਖੇੜੇ ਦਾ ਨਿਵਾਸ ਦੱਸਿਆ ਹੈ। ਨਾਨਕ ਭਗਤਾ ਸਦਾ ਵਿਗਾਸ। ਰਚਨਾ ਵਿੱਚ ਉਮਾ ਕੁਦਰਤ ਵਿੱਚ ਚਾਓ ਦੀ ਛੂਹ ਲਾਉਣ ਦਾ ਰੰਗ ਗੁਰੂ ਜੀ ਨੇ ਡਿੱਠਾ ਤੇ ਆਪਣੀ ਬਾਣੀ ਵਿੱਚ ਗਾਵਿਆਂ, ਜਿਸ ਦੇ ਵਨੰਕੀ ਮੰਤਰ ਤੋਂ ਇਉਂ ਲੱਗਦੇ ਹਨ, ਸਭ ਦੁਨੀਆ ਸੁਭਾਨ ਸੱਚ ਸਮਾਈਏ। ਪੁਨਾ ਦੈਦਿਸ ਸਾਖ ਹਰੀ ਹਰਿਆਵਲ। ਸ਼ਾਮਾਂ ਪਈਆਂ ਤਾਂ ਆਪ ਤਾਰਿਆਂ ਨਾਲ ਭਰਪੂਰ ਗਗਨ ਨੂੰ ਦੇਖ ਕੇ ਉਸ ਨਜ਼ਾਰੇ ਵਿੱਚ ਕਰਤਾਰ ਦੀ ਆਰਤੀ ਦਾ ਉਤਸ਼ਾਹ ਤੱਕਦੇ ਹਨ ਤੇ ਇਸ ਸੋਹਣੀ ਬੋਲੀ ਵਿੱਚ ਗਗਨਮੈ ਥਾਲ ਦੀ ਆਰਤੀ ਉਚਾਰਦੇ ਹਨ। ਬਰਸਾਤੀ ਲੱਗੀ ਤੱਕ ਕੇ ਆਪ ਫਰਮਾਉਂਦੇ ਹਨ, ਬਰਸੇ ਅੰਮ੍ਰਿਤ ਧਾਰ ਬੂੰਦ ਸੁਹਾਵਣੀ। ਬਸੰਤ ਆਈ ਦੇ ਕੇ ਉਚਾਰਦੇ ਹਨ, ਮਾਹਾ ਮਾਹ ਮੁਬਾਰਖੀ ਚੜਿਆ ਸਦਾ ਬਸੰਤ। ਪੁਨਾ ਰੁੱਤ ਆਈਲੇ ਸਰਸ ਬਸੰਤ ਮਾਹੇ। ਪੁਨਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ, ਐਸੀ ਭਵਰਾ ਬਾਸ ਲੇ ਤਰਵਰ ਫੂਲੇ ਬਨ ਹਰੇ। ਇਸ ਤਰ੍ਹਾਂ ਕੁਦਰਤੀ ਵਿਗਾਸ ਤੋਂ ਵਿਗਾਸ ਦੀ ਛੂਹ ਲੈ ਕੇ ਉਮਾ ਵਿੱਚ ਰਹਿਣ ਦੇ ਇਸ਼ਾਰੇ ਜਗ੍ਹਾ ਜਗ੍ਹਾ ਗੁਰਬਾਣੀ ਵਿੱਚ ਆਏ ਹਨ, ਪਰੰਤੂ ਇਸ ਦੇ ਨਾਲ ਭੇਦ ਇਹ ਸਿਖਾਇਆ ਹੈ ਕਿ ਕਾਦਨ ਨਾਲ ਅੰਤਰਾਤਮੇ ਮਿਲੇ ਰਹੋ ਤਾਂ ਬਾਹਰ ਕੁਦਰਤ ਵਿੱਚ ਵੀ ਉਮਾ ਤੇ ਉਮਾ ਦਾ ਦਾਤਾ ਪ੍ਰਦੀਪਤ ਦਿਸੇਗਾ। ਅੰਤਰ ਟਿਕਾਓ ਵਾਲੇ ਨੂੰ ਕੁਦਰਤ ਉਮਾ ਦਾ ਮੀਂਹ ਵਰਸਾ ਰਹੀ ਹੈ। ਚੇਤ ਬਸੰਤ ਭਲਾ ਪਵਰ ਸੁਹਾਵੜੇ, ਬਨ ਫੂਲੇ ਮੰਝਬਾਰ ਮੈਂ ਫਿਰ ਕਰ ਬਾਹੜੇ। ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸ਼ਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।